ਅਸੀਂ ਫੈਸਲਾਬਾਦ 'ਚ ਮੌਜੂਦ ਹਾਂ ਜੀ ਮੁਹੰਮਦ ਫਿਆਜ਼ ਮਾਹੀ ਦੇ ਘਰ ਦੇ ਸਾਹਮਣੇ। ਮੁਹੰਮਦ ਫਿਆਜ਼ ਮਾਹੀ ਦਾ ਸ਼ੁਮਾਰ ਮੁਲਕ ਦੇ ਬਿਹਤਰੀਨ ਨਾਵਲ ਨਗਾਰਾਂ 'ਚ ਹੁੰਦਾ ਹੈ। ਆਓ ਜ਼ਰਾ ਉਹਨਾਂ ਨਾਲ ਇੱਕ ਮੁਲਾਕਾਤ ਕਰਦੇ ਹਾਂ। अरे खालिद साहेब, माही साहब क्या अस्सलाम हाल चाल है? वालेकुम जी, कैसे हैं आप? सर हम आपके इंटरव्यू के लिए हाजिर हुए। मोस्ट वेलकम, मोस्ट वेलकम। आप कुछ चाय शाय का इंतजाम करें। और चाय सर, चाय तो हमारे दिलों में, चाय आ जाए तशरीफ। ਮਾਹੀ ਸਾਹਿਬ, ਇਹ ਮਾਹੀ ਦਾ ਲਫ਼ਜ਼ ਤੁਹਾਡੇ ਨਾਲ ਕਿਉਂ ਸ਼ਾਮਲ ਹੋਇਆ? ਇਹ ਤਖੱਲਸ ਹੈ ਜਿੱਦਾਂ ਕੋਈ ਅਦੀਬ ਸ਼ਾਇਰ ਰੱਖ ਲੈਂਦੇ ਨੇ ਜਾਂ नहीं, ये तखल्लस नहीं। तखल्लस तो उदों होंदा ना जो कोई शायर बनता या अदीब बनता। ये मेरा बाई बर्थ नाम है, रजिस्टर्ड है। मेरे पीरो मुर्शद सैयद रशीद हुसैन बुखारी साहब ने, ये साडे घराने दे जिहड़े मुर्शद ने, उन्होंने साडे सब दे नाम तजवीज़ कीते ने और ये नाम भी उन्होंने रखा। बाई बर्थ नाम है मेरा। बाय बर्थ नाम चल रहा है। ठीक हो गया। अच्छा भाई साहब, ਤੁਹਾਨੂੰ ਕਿਦੋਂ ਪਤਾ ਲੱਗਾ ਕਿ ਕੋਈ ਆਮਦ ਦਾ ਸਿਲਸਿਲਾ ਤੁਹਾਡੇ ਤੇ ਹੈ? खालिद साहब, पढ़न का सिलसिला तो बहुत माशाअल्लाह देर तो काफ़ी अरसे तो जारी सी। स्कूल दे नाल कोशिश ये होंदी सी कि कोई अच्छी किताब होवे, कोई अच्छा ऐसी चीज़ होवे जिहड़ी सिलेबस तो हट के होवे। फिर उस दौर च इश्तियाक अहमद साहब, मज़हर कलीम साहब, माशाअल्लाह थोड़ा जिहा पढ़ के उन्होंने स्टार्ट किया। लेकिन उस तो अगे का एक लैवल देखना चाहा तो फिर मैनू नज़र आया मुस्तनसर हुसैन तारड़ साहब लिख रहे हैं और इशफाक अहमद साहब, बानो कुर्सिया साहिबा, रहीम गुल साहब, बड़े बड़े मोतबर नाम, उन्होंने पढ़ना शुरू कर दिता। ਇਹ ਕਿਹੜੀ ਕਲਾਸ ਦੀ ਗੱਲ ਹੈ ਜੀ? ये 8वीं 9वीं क्लास 8ਵੀਂ 9ਵੀਂ ਕਲਾਸ। जी, 8वीं ਤੁਹਾਡੀ ਪਹਿਲੀ ਬਾਜ਼ਾਬਤਾ ਤਹਿਰੀਰ ਜਿਹੜੀ ਹੈ जी, ਉਹ ਕਿੱਥੇ ਛਪੀ? ਉਹ ਮਾਹਨਾਮਾ ਜਵਾਬਰ ਚ ਨਵੰਬਰ 1990 ਨੂੰ ਛਪੀ ਸੀ। ਜਵਾਬਰਸ ਦੇ ਵਿੱਚ ਜੀ, ਇੱਕ ਛੋਟਾ ਜਿਹਾ ਅਫਸਾਨਾ ਸੀ ਉਹ। ਮਸਲ ਤੁਸੀਂ ਬੱਚਿਆਂ ਤੋਂ ਨਹੀਂ ਸ਼ੁਰੂ ਕੀਤਾ, ਤੁਸੀਂ ਡਾਇਰੈਕਟ ਹਾਂ ਵੱਡਿਆਂ ਤੋਂ ਸ਼ੁਰੂ ਕੀਤਾ। ਜੀ, ਮੈਂ ਜਵਾਬਰਸ ਜ਼ਾਹਿਰ ਹੈ ਕਿ ਉਸ ਦੌਰ ਦਾ ਇੱਕ ਮੈਚੁਰ ਮੈਂ ਦਰਅਸਲ ਬਾਲਗ ਸ਼ੁਮਾਰਾ ਸੀ। ਮੈਂ ਆਪਣੇ ਆਪ ਨੂੰ ਨਾ ਇੱਕ ਬੜਾ ਬਦਨਸੀਬ ਸਮਝਦਾ ਕਿ ਮੈਂ ਬੱਚਿਆਂ ਵਾਸਤੇ ਨਹੀਂ ਲਿਖ ਸਕਿਆ ਅੱਜ ਤੱਕ। ਲੇਕਿਨ ਮੈਂ ਆਪਣੇ ਇੱਕ ਦੋਸਤ ਨਾਲ ਵਾਅਦਾ ਕੀਤਾ, ਇਨਸ਼ਾਅੱਲਾ ਇੱਕ ਮੁਕੰਮਲ ਨਾਵਲ ਉਹਨਾਂ ਨੂੰ ਮੈਂ ਆਪਣੇ ਇਸ ਨਾਵਲ ਤੋਂ ਬਾਅਦ ਲਾਜ਼ਮੀ ਦੇਵਾਂਗਾ ਜਿਹੜਾ ਬੱਚਿਆਂ ਵਾਸਤੇ ਹੋਏਗਾ, ਕਿਉਂਕਿ ਬੱਚਿਆਂ ਵਾਸਤੇ ਜਿਹੜੀਆਂ ਤਕਲੀਫਾਤ ਹੁੰਦੀਆਂ ਨੇ ਮੈਂ ਉਹਨਾਂ 'ਚ ਜਾਣਾ ਚਾਹੁੰਦਾ ਤੇ ਬੱਚਿਆਂ ਵਾਸਤੇ ਲਿਖਾਂਗਾ ਤਾਂ ਫਿਰ ਹੀ ਮੇਰੀ ਐਂਟਰੀ ਹੋਏਗੀ। ਸਹੀ ਹੋ ਗਿਆ। ਠੀਕ। ਅੱਛਾ, ਤੇ ਤੁਹਾਨੂੰ ਅਸੀਂ ਡਾਈਜੈਸਟ 'ਚ ਨਹੀਂ ਪੜ੍ਹਦੇ ਨਾ, ਸ਼ੁਮਾਰਿਆਂ 'ਚ ਪੜ੍ਹਦੇ ਬਹੁਤ ਘੱਟ। ਮੇਰਾ ਖਿਆਲ ਤੁਸੀਂ ਲਿਖਿਆ, ਮੈਂ ਡਾਈਜੈਸਟਾਂ 'ਚ ਨਹੀਂ ਲਿਖਿਆ। ਤੁਸੀਂ ਡਾਇਰੈਕਟ ਨਾਵਲ ਤੇ ਆਏ ਜੀ, ਡਾਇਰੈਕਟ ਨਾਵਲ ਤੇ ਆਉਣ ਦੀ ਵਜ੍ਹਾ ਇਹ ਸੀ ਕਿ ਡਾਈਜੈਸਟਾਂ 'ਚ ਇੱਕ ਮਾਸ਼ਾਅੱਲਾ ਬਹੁਤ ਬੜੇ ਬੜੇ ਮੋਤਬਰ ਨਾਮ ਲਿਖ ਰਹੇ ਸਨ। ਉਹਨਾਂ ਦੇ ਵਿੱਚ ਜਗ੍ਹਾ ਬਣਾਉਣੀ ਬੜਾ ਇੱਕ ਮਸਲਾ ਸੀ ਮੇਰੇ ਵਾਸਤੇ, ਕਿਉਂਕਿ ਮੇਰਾ ਆਪਣਾ ਨਜ਼ਰੀਆ ਇਹ ਹੈ ਕਿ ਇੱਕ ਨਾਵਲ ਤੁਸੀਂ ਲਿਖ ਕੇ ਅਗਰ ਡਾਈਜੈਸਟ ਨੂੰ ਦੇ ਦਿੰਦੇ ਨਾ, ਉਹ ਕਮ ਸੇ ਕਮ ਤੁਹਾਨੂੰ 2 ਸਾਲ ਤੱਕ ਇੰਤਜ਼ਾਰ ਕਰਨਾ ਬਿਲਕੁਲ ਕਰਨਾ ਪੈਂਦਾ। ਜਦਕਿ ਨਾਵਲ ਜਦੋਂ ਪਬਲਿਸ਼ਰ ਨੂੰ ਤੁਸੀਂ ਦਿੰਦੇ ਆ ਉਹ ਤੁਹਾਡਾ 6 ਮਹੀਨੇ 'ਚ ਮਾਰਕੀਟ 'ਚ ਆ ਜਾਂਦਾ। ਜਿਹੜੇ ਲੋਕਾਂ ਨੇ ਤੁਹਾਡੀ ਤਹਿਰੀਰ 2 ਸਾਲ ਬਾਅਦ ਪੜ੍ਹਨੀ ਸ਼ੁਰੂ ਕਰਨੀ, ਉਹ ਨਾਵਲ 6 ਮਹੀਨੇ 'ਚ ਪੜ੍ਹ ਲੈਂਦੇ ਨੇ। ਅੱਛਾ ਅੱਛਾ ਅੱਛਾ। ਤਾਲੀਮ ਜਿਹੜੀ ਤੁਹਾਡੀ ਮੈਟ੍ਰਿਕ ਤੱਕ ਹੈ? ਜੀ, ਮੈਟ੍ਰਿਕ ਤੱਕ ਮੇਰੀ ਤਾਲੀਮ ਆ। ਮੈਟ੍ਰਿਕ ਮੁਕੰਮਲ ਨਹੀਂ ਮੈਂ ਕਰ ਸਕਿਆ ਕਿਉਂਕਿ ਉਸ ਟਾਈਮ ਮੇਰੇ ਕੋਲ ਦਾਖਲਾ ਫੀਸ ਭੇਜਣ ਵਾਸਤੇ 40 ਰੁਪਏ ਨਹੀਂ ਸੀ। ਅੱਛਾ, ਦੂਸਰੀ ਤਰਫ ਅਸੀਂ ਦੇਖਦੇ ਹਾਂ ਕਿ ਤੁਹਾਡੀ ਤਹਿਰੀਰਾਂ 'ਚ ਮੈਚੁਰਨੈਸ ਨਹੀਂ ਹੈ, ਕਿ ਤੁਹਾਡੀ ਤਾਲੀਮ ਉੱਥੇ ਇੱਕ ਵਾਜਬੀ ਜੀ ਲੱਗਦੀ ਹੈ ਕਿ ਇਹ ਬੰਦਾ ਯਾਰ ਨਹੀਂ ਹੈ। ਉਹ ਕੀ ਵਜ੍ਹਾ ਹੈ? ਉਹ ਕਿੰਨੇ ਹੋਰ 'ਚ ਹਿੱਸਾ ਪਾਇਆ ਤੁਹਾਡੀ ਉਸ ਮੈਚੁਰਨੈਸ ਦੇ ਵਿੱਚ? ਉਹਦੇ 'ਚ ਸਭ ਤੋਂ ਬੜਾ ਹਿੱਸਾ ਤੇ ਉਹ ਬੜੇ ਬੜੇ ਨਾਮ ਨੇ ਜਿਹੜੇ ਮੈਂ ਪਹਿਲੇ ਦੱਸ ਚੁੱਕਿਆ ਉਹਨਾਂ ਨਾਮਾਂ ਨੇ। ਔਰ ਦੂਸਰਾ ਇਹ ਕਿ 22-23 ਸਾਲ ਦਾ ਇੱਕ ਅਰਸਾ ਮੈਂ ਲਾਇਬ੍ਰੇਰੀ ਚਲਾਈ। ਮੈਂ ਲਾਇਬ੍ਰੇਰੀਅਨ ਸੀ। ਫਿਰ ਤੇ ਤੁਸੀਂ ਹਰ ਤਰ੍ਹਾਂ ਦੇ ਨਾਵਲ ਤੁਹਾਡੇ ਹਰ ਕਿਤਾਬ ਪੜ੍ਹੀ ਔਰ ਪੜ੍ਹ ਕੇ ਇੱਕ ਮਿਆਰ ਦੇਖਿਆ ਕਿ ਕਾਰੀ ਕੀ ਚਾਹੁੰਦਾ। ਫਿਰ ਮੈਂ ਲਿਖਣਾ ਸ਼ੁਰੂ ਕੀਤਾ।
ਔਰ ਮੈਚੁਰਨੈਸ ਜਿਹੜੀ ਹੈ ਤੁਸੀਂ ਕਹਿ ਰਹੇ ਹੋ, ਅਸਲ ਫੈਸਲਾ ਤੇ ਤਹਿਰੀਰ ਦਾ ਕਾਰੀ ਕਰਦੇ ਨੇ ਔਰ ਉਹਨਾਂ ਦੀ ਮੁਹੱਬਤ ਆ। ਮੈਂ ਬੜਾ ਮਮਨੂਨ ਆ ਆਪਣੇ ਕਾਰਾਈਨ ਦਾ ਕਿ ਉਹ ਆਪਣੀਆਂ ਮੁਹੱਬਤਾਂ ਨਾਲ ਨਵਾਜ਼ ਰਹੇ ਨੇ। ਕੋਈ ਸ਼ਾਇਰੀ ਵੀ ਕਰਦੇ ਹੋ? ਹਾਂ, ਕੋਈ ਟੁੱਟੇ ਫੁੱਟੇ ਲਫ਼ਜ਼ਾਂ ਦੀ ਸ਼ਾਇਰੀ ਉਹ ਮੈਂ ਕਰ ਲੈਣਾ ਜਿਹੜੀ ਮੇਰੇ ਨਾਵਲ ਦੇ, ਮੇਰੀ ਤਹਿਰੀਰ ਦੇ ਮੁਤਾਬਕ ਹੋਵੇ। ਬਾਕੀ ਬਕਾਇਦਾ ਤੌਰ ਤੇ ਮੈਂ ਸ਼ਾਇਰ ਨਹੀਂ, ਨਾ ਮੈਂ ਮੁਸ਼ਾਇਰੇ ਅਟੈਂਡ ਕਰਦਾ। ਅੱਛਾ ਅੱਛਾ ਅੱਛਾ। ਇਹ ਤੋਂ ਇਲਾਵਾ ਤੁਹਾਡੀ ਜਿਹੜੀ ਹੈ ਸੀ ਲਾਇਬ੍ਰੇਰੀ, ਕਿਸੇ ਉਸਤਾਦ ਕੋਲੋਂ ਵੀ ਕੋਈ ਪਹਿਲੋਂ ਲਿਖਣ ਵਾਲਾ, ਜਿਹੜਾ ਕੋਈ ਨਸਰ ਲਿਖਣ ਵਾਲਾ, ਕੋਈ ਅੱਛਾ ਲਿਖਣ ਵਾਲਾ, ਕਿਸੇ ਕੋ ਰਹਿਨਮਾਈ ਲਈ ਜਾਂ ਨਹੀਂ? ਖਾਲਸਾ ਸਾਹਿਬ ਇਹਦੇ ਚ ਨਾ ਮੇਰਾ, ਲੋਕ ਹੁੰਦੇ ਨਾ ਕਿ ਕਿਸੇ ਦੇ ਕੋਲੋਂ ਕੋਈ ਚੀਜ਼ ਨਹੀਂ ਚੈੱਕ ਕਰਾਉਂਦੇ ਨੇ, ਦੇਖਦੇ ਨੇ, ਆਪਣਾ ਮਿਆਰ ਦੇਖਦੇ ਨੇ ਕਿ ਇਹ 'ਚ ਕੋਈ ਗਲਤੀ ਹੈ ਤੇ ਕੱਢੋ ਜੀ। ਨਹੀਂ, ਐਸਾ ਮੇਰਾ ਤਹਿਰੀਰੀ ਤੌਰ ਤੇ ਮੇਰਾ ਕੋਈ ਉਸਤਾਦ ਨਹੀਂ। ਜਿਹੜੇ ਬੜੇ ਲੋਕ ਨੇ, ਨਾਮਵਰ ਲੋਕ ਨੇ, ਉਹਨਾਂ ਦੀਆਂ ਕਿਤਾਬਾਂ, ਉਹਨਾਂ ਦੀਆਂ ਤਹਿਰੀਰਾਂ ਮੇਰੀਆਂ ਉਸਤਾਦ ਨੇ। ਔਰ ਇਹ ਪੇਪਰ ਤੁਸੀਂ ਦੇਖ ਰਹੇ ਹੋ, ਗੁਜ਼ਸ਼ਤਾ 40-45 ਸਾਲ ਤੋਂ ਮੈਂ ਡੇਲੀ ਅਖਬਾਰ ਦਾ ਮੁਤਾਲਿਆ ਕਰ ਰਿਹਾ। ਮੈਂ ਇਹਨਾਂ ਤੋਂ ਲਫ਼ਜ਼ ਬਣਾਉਣੇ ਸਿੱਖੇ ਨੇ, ਫਿਕਰੇ ਬਣਾਉਣੇ ਸਿੱਖੇ ਨੇ, ਔਰ ਮੈਂ ਇਹਨਾਂ ਚੀਜ਼ਾਂ ਨੂੰ ਬਣਾ ਕੇ ਇੱਕ ਕਿਤਾਬੀ ਸ਼ਕਲ 'ਚ ਜਦੋਂ ਕਾਰੀਨ ਦੇ ਸਾਹਮਣੇ ਪੇਸ਼ ਕਰ ਦਿੰਦਾ ਨਾ, ਅਸਲ 'ਚ ਉਹੀ ਮੇਰੇ ਉਸਤਾਦ ਨੇ। ਉਹ ਤਨਕੀਦ ਵੀ ਕਰਦੇ ਨੇ ਔਰ ਤਾਈਦ ਵੀ ਕਰਦੇ ਨੇ, ਔਰ ਮੈਂ ਉਹਨਾਂ ਦੀ ਤਨਕੀਦ ਤੋਂ ਸਿੱਖ ਕੇ ਮਾਸ਼ਾਅੱਲਾ ਲਿਖ ਰਿਹਾ। ਮੇਰੇ ਉਸਤਾਦ ਉਹੀ ਨੇ। ਕਿਉਂਕਿ ਬਹੁਤ ਸਾਰੇ ਜਿਹੜੇ ਨਾਮਵਰ ਮੁਸੰਨਫ ਨੇ ਨਾ, ਉਹਨਾਂ ਤਰਬੀਅਤ 'ਚ ਐਡੀਟਰ ਦਾ ਬੜਾ ਕਿਰਦਾਰ ਹੈ, ਲੇਕਿਨ ਤੁਹਾਡੀ ਤਰਬੀਅਤ 'ਚ ਸਾਨੂੰ ਐਡੀਟਰ ਨਜ਼ਰ ਨਹੀਂ ਆਉਂਦਾ। ਲੇਕਿਨ ਤੁਹਾਡੀ ਤਹਿਰੀਰਾਂ ਦੱਸਦੀਆਂ ਵਾ ਕਿ ਇਹਦੀ ਕਿਸੇ ਅੱਛੇ ਐਡੀਟਰ, ਖੁਦ ਜ਼ਾਹਰ ਹੈ ਕਿ ਤੁਸੀਂ ਖੁਦ ਲਿਖਣ ਵਾਲੇ ਹੋ, ਤੁਸੀਂ ਖੁਦ ਹੀ ਕਾਂਟ ਛਾਂਟ ਹਰ ਚੀਜ਼ ਕਰਦੇ ਹੋ। ਹਾਂਜੀ, ਬਹੁਤ ਸਾਰੀ ਝੋਲ ਲਚਕ ਰਹਿ ਜਾਂਦੀ ਹੈ। ਪਬਲਿਸ਼ਰ ਚੂੰਕਿ ਇਨਵੈਸਟ ਕਰਦਾ ਕਿਤਾਬ ਤੇ, ਉਹ ਐਡਿਟ ਤੇ ਕਰਦਾ ਹੀ ਹੈ ਥੋੜਾ ਬਹੁਤ। ਔਰ ਮੈਂ ਸਮਝਣਾ ਕਿ ਤਹਿਰੀਰ ਦੀ ਨੋਕ ਪਲਕ ਸੰਵਾਰਨੀ ਚਾਹੀਦੀ ਲਾਜ਼ਮੀ। ਔਰ ਅੱਲਾਹ ਪਾਕ ਦਾ ਇੰਨਾ ਸ਼ੁਕਰ ਆ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਮੈਂ ਖੁਦ ਹੀ ਐਡੀਟਰ ਆ, ਮੈਂ ਖੁਦ ਹੀ ਸਾਰੀ ਕਾਟ ਛਾਂਟ ਕਰਦਾ, ਕਿ ਉਸ ਮੇਰੀ ਤਹਿਰੀਰਾਂ ਨੂੰ ਦੇਖਦੇ ਆਇਆ, ਕਾਰਾਈਨ ਦੀ ਪਜ਼ੀਰਾਈ ਨੂੰ ਦੇਖਦੇ ਆਇਆ, ਅੱਲਾਹ ਤਾਲਾ ਨੇ ਅੱਜ ਮੈਨੂੰ ਇੰਨਾ ਮੁਕਾਮ ਦੇ ਦਿੱਤਾ ਕਿ ਮੈਂ ISPR ਦੇ ਹਿਲਾਲ ਮੈਗਜ਼ੀਨ ਦਾ ਰਾਈਟਰ ਬਣ ਗਿਆ। ਮਾਸ਼ਾਅੱਲਾ ਜੀ। ਮੈਂ ਉਹਨਾਂ 'ਚ ਆਰਟੀਕਲ ਲਿਖ ਰਿਹਾ ਹਿਲਾਲ ਮੈਗਜ਼ੀਨ 'ਚ। ਔਰ ਜ਼ਾਹਰ ਹੈ ਜੀ, ਇਹ ਆਨਰ ਹੈ ਤੁਹਾਡੇ ਲਈ ਵੀ, ਸਾਡੇ ਲਈ ਵੀ, ਕਿ ਤੁਸੀਂ ਲਿਖ ਰਹੇ ਹੋ। ਬਲਕਿ ਉਹ ਤੇ ਅਸੀਂ ਪੜ੍ਹਿਆ ਵੀ ਹੈ, ਸੁਣਿਆ ਵੀ ਹੈ ਕਿ ਤੁਹਾਡੀ ਕਿਤਾਬ ਵੀ ਉਹ ਪਬਲਿਸ਼ ਹੋ ਚੁੱਕੀ ਹੈ ਜੀ ਸਰ, ਹਿਲਾਲ ਮੈਗਜ਼ੀਨ ਦੇ ਜਿਹੜੇ ਜੀ ਹਾਂ, ਨੈਸ਼ਨਲ ਬੁੱਕ ਫਾਊਂਡੇਸ਼ਨ ਨੇ ਪ੍ਰਿੰਟ ਕੀਤੀ। ਅੱਛਾ, ਮਾਸ਼ਾਅੱਲਾ। ਔਰ ਔਰ ਬੜਾ ਇਜ਼ਾਜ਼ ਆ ਮੇਰੇ ਵਾਸਤੇ ਕਿ ਫੈਸਲਾਬਾਦ 'ਚ ਮੈਂ, ਮੇਰਾ ਖਿਆਲ ਹੈ ਦੂਸਰਾ ਜਾਂ ਤੀਸਰਾ ਮੈਂ ਰਾਈਟਰ ਆ ਜਿਨ੍ਹਾਂ ਦੀ ਕਿਤਾਬ ਨੈਸ਼ਨਲ ਬੁੱਕ ਫਾਊਂਡੇਸ਼ਨ ਇਸਲਾਮਾਬਾਦ ਨੇ ਪ੍ਰਿੰਟ ਕੀਤੀ। ਅਸੀਂ ਮੌਜੂਦ ਹਾਂ ਜੀ ਮੁਹੰਮਦ ਫਯਾਜ਼ ਮਾਹੀ ਦੇ ਘਰ ਦੇ ਬਿਲਕੁਲ ਸਾਹਮਣੇ, ਤੇ ਮਾਹੀ ਸਾਹਿਬ ਨਾਲ ਕੁਝ ਉਹਨਾਂ ਦੀਆਂ, ਕੁਝ ਸਾਡੀਆਂ, ਕੁਝ ਸਾਡੇ ਕਾਰੀ ਦੇ ਦਿਲ ਦੀਆਂ ਗੱਲਾਂ ਅਸੀਂ ਕਰ ਰਹੇ ਹਾਂ, ਕੁਝ ਪੁੱਛ ਰਹੇ ਹਾਂ। ਅੱਛਾ ਮਾਹੀ ਸਾਹਿਬ, ਅਦਬ ਜਿਹੜਾ ਵਾ ਉਹਦੇ ਫਰੋਗ 'ਚ ਕੋਈ ਹਕੂਮਤਾਂ ਦਾ ਕਿਰਦਾਰ ਹੈ? ਅੱਜ ਦੇ ਦੌਰ 'ਚ ਮੈਂ ਨਹੀਂ ਸਮਝ ਰਿਹਾ ਕੋਈ ਹੈ। ਅੱਛਾ। ਕਿਉਂਕਿ ਅਗਰ ਹੁੰਦਾ ਤੇ ਅਦਬੀ ਸਤ੍ਹਾ ਤੇ ਬਹੁਤ ਸਾਰੇ ਇਵੈਂਟਸ ਕਰਾਏ ਜਾਂਦੇ। ਨਹੀਂ, ਕਰਵਾਏ ਤੇ ਜਾ ਰਿਹਾ, ਵੈਸੇ ਕਰਵਾਏ ਜਾ ਰਹੇ ਨੇ, ਲੇਕਿਨ ਉਹਨਾਂ ਨੂੰ ਇਸਲਾਮਾਬਾਦ ਦੀ ਸਤ੍ਹਾ ਦੇ ਉੱਤੇ ਮੈਂ ਦੇਖਦਾ ਵਾਂ ਕਿ ਉੱਥੇ ਆਏ ਰੋਜ਼ ਤਕਰੀਬਾਤ ਹਕੂਮਤੀ ਲੈਵਲ ਤੇ ਵੀ ਹੁੰਦੀਆਂ ਨੇ। ਤੇ ਸਰ, ਛੋਟੇ ਜਿਹੜੇ ਇਲਾਕੇ ਨੇ ਉਹਨਾਂ ਦਾ ਕੀ ਕਸੂਰ ਹੈ? ਉਸ ਲੈਵਲ ਤੇ ਕਿਉਂ ਨਹੀਂ ਮੁਨੱਕਦ ਹੋ ਰਹੀਆਂ? ਇਸਲਾਮਾਬਾਦ ਲੈਵਲ ਨੂੰ ਅਗਰ ਦੇਖਦੇ ਹੋ ਤੁਸੀਂ ਤੇ ਇੰਟਰਨੈਸ਼ਨਲ ਲੈਵਲ ਗਿਣ ਸਕਦੇ ਹਾਂ। ਅਗਰ ਅਸੀਂ ਕਹਿੰਦੇ ਛੋਟੇ ਇਲਾਕੇ ਜਿਹੜੇ ਨੇ ਆਪਣੇ, ਸਾਡੇ ਇੱਧਰ ਡੇਰਾ ਗਾਜ਼ੀ ਖਾਨ, ਡੇਰਾ ਇਸਮਾਇਲ ਖਾਨ, ਸਾਹੀਵਾਲ ਜਾਂ ਕਾੜਾ ਜਾਂ ਤਾਂਦਲਾ ਜਾਂ ਫੈਸਲਾਬਾਦ ਜਾਂ ਸਮੁੰਦਰੀ, ਯਾਨੀ ਕਿ ਉੱਥੇ ਵੀ ਹਕੂਮਤ ਨੂੰ ਕਿਰਦਾਰ ਅਦਾ ਕਰਨਾ ਚਾਹੀਦਾ। ਅਦਬ ਦੇ ਫਰੋਗ ਵਾਸਤੇ ਇਹ ਕਿਰਦਾਰ ਅਦਾ ਨਹੀਂ ਹੋ ਰਿਹਾ, ਇਹ ਹੋਣਾ ਚਾਹੀਦਾ ਹੈ। ਅੱਛਾ, ਜਿਹੜਾ ਅੱਜ ਕੱਲ੍ਹ ਮਵਾਦ ਸ਼ਾਇਆ ਹੋ ਰਿਹਾ ਜੀ, ਉਹ ਵਾਕਈ ਅਦਬ? ਨਹੀਂ, ਉਹ ਅਦਬ ਨਹੀਂ ਸਰ, ਉਹ ਸਿਰਫ ਕਿਤਾਬ ਛਪਵਾਉਣ ਦੀ ਔਰ ਤਾਦਾਦ ਦੀ ਦੌੜ ਲੱਗੀ ਹੋਈ। ਅੱਛਾ। ਮੇਰੀਆਂ ਕਿਤਾਬਾਂ ਕਿੰਨੀਆਂ ਹੋ ਗਈਆਂ, ਉਹਦੀਆਂ ਕਿੰਨੀਆਂ ਹੋ ਗਈਆਂ, ਉਹਦੀਆਂ 10 ਆ, ਮੇਰੀਆਂ 9 ਕਿਉਂ ਰਹਿ ਗਈਆਂ? ਲੇਕਿਨ ਭਾਈ ਸਾਹਿਬ ਦੇਖੋ ਨਾ, ਅਸੀਂ ਪਹਿਲੇ ਦੌਰ 'ਚ ਦੇਖਦੇ ਸੀ ਕਿ ਕਿਤਾਬਾਂ ਛਪਦੀਆਂ ਸਨ, ਬਾਰੇ ਅਵਲ ਆ ਰਿਹਾ, ਬਾਰੇ ਦੋਮ ਆ ਰਿਹਾ, ਬਾਰੇ ਸੋਮ, ਬਾਰੇ, ਮਤਲਬ ਹੁਣ ਸਾਨੂੰ ਉਹ ਬਾਰ ਜਿਹੜਾ ਬਾਰ ਹੀ ਮਹਿਸੂਸ ਹੋ ਰਿਹਾ। ਉਹ ਬਾਹਰ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਕਿ ਉਸ ਦੌਰ ਦੇ ਵਿੱਚ ਕਿਤਾਬ ਬਹੁਤ ਜ਼ਿਆਦਾ ਪੜ੍ਹੀ ਜਾਂਦੀ ਸੀ। ਪੜ੍ਹਨ ਵਾਲਾ ਕਾਰੀ ਬੜਾ ਬਾਸ਼ਊਰ ਸੀ। ਸ਼ਊਰ ਅੱਜ ਵੀ ਹੈ, ਲੇਕਿਨ ਕਾਰੀ ਨੂੰ ਉਹ ਮਵਾਦ ਨਹੀਂ ਮਿਲ ਰਿਹਾ ਕਿ ਜਿਹੜੀ ਕਿਤਾਬਾਂ ਦੀ ਤਾਦਾਦ ਨੂੰ ਬਾਰੇ ਅਵਲ ਦੋਮ ਸੋਮ ਦੇ ਵਿੱਚ ਲਿਆਇਆ ਜਾ ਸਕੇ। ਤੇ ਦੂਸਰੀ ਬਾਤ ਮੈਂ ਇਹ ਕਰਨਾ ਚਾਹਾਂਗਾ ਕਿ ਜਿਹੜਾ ਪਬਲਿਸ਼ਰ ਹੈ ਉਹ ਰਾਈਟਰ ਕੋਲੋਂ ਇਸ ਚੀਜ਼ ਨੂੰ ਛੁਪਾ ਲੈਂਦਾ
ਅਗਰ ਕਿਤਾਬ ਉਹਦੀ ਬਹੁਤ ਜ਼ਿਆਦਾ ਸੇਲ ਹੋ ਰਹੀ ਹੈ ਨਾ, ਉਹ ਛੁਪਾ ਲੈਂਦਾ ਬਾਰੇ ਅਵਲ ਬਾਰੇ ਦੋਵੇਂ, ਦੱਸਦਾ ਹੀ ਨਹੀਂ। ਅੱਛਾ, ਹਾਂ ਮਤਲਬ ਤੁਹਾਡੇ ਕਹਿਣ ਦਾ ਮਕਸਦ ਆ ਵਾ ਕਿ ਉਹ 1000 ਦੀ ਤਾਦਾਦ ਦੀ ਬਜਾਏ 2000 ਛਾਪ ਲੈਂਦਾ, 3 ਛਾਪ ਲੈਂਦਾ। ਹਾਂਜੀ, ਅਗਰ ਉਹ 1000 ਵੀ ਛਾਪਦਾ ਨਾ, ਉਹਨੂੰ ਦੂਸਰੇ 1000 ਦੀ ਜ਼ਰੂਰਤ ਪੈਂਦੀ ਆ, ਉਹ ਲਿਖਦਾ ਹੀ ਨਹੀਂਗਾ ਬਾਰੇ ਦੋ, ਬਾਰੇ ਦੋਮ ਨਹੀਂ ਉਹ ਲਿਖਦਾ ਹੀ ਨਹੀਂ, ਕਿਉਂਕਿ ਟੈਕਸਸ ਮਾਮਲਾਤ ਨੇ 100 ਬਖੇੜੇ ਨੇ। हाँ, लेकिन कुछ अदारे ने शुरू तो किया को ISBN नंबर ऐसे ऐसा करके वो ਤੁਹਾਨੂੰ ਉਹਦਾ ਪਤਾ ਲੱਗਦਾ। ਉਹ ISBN ਨੰਬਰ ਜਿਹੜਾ ਨਾ, ਉਹਦੇ ਤੋਂ ਤੁਸੀਂ ਆਮ ਬੰਦੇ ਨੂੰ ਪਤਾ ਨਹੀਂ ਚੱਲ ਸਕਦਾ। ਉਹ ਉਹਨਾਂ ਦੇ ਆਪਣੇ ਪਬਲਿਸ਼ਿੰਗ ਅਦਾਰੇ ਦੀ ਜਿਹੜੀ ਹੈ ਨਾ ਕੋਈ ਉਹ, ਅੱਛਾ ਉਹਨਾਂ ਦਾ ਕੀ ਹੈ, ਉਹਨਾਂ ਦਾ ਆਪਣਾ ਕੋਡ ਵਰਡ ਆ। ਉਹ ਫਿਰ ਉਹ ISBN ਨੰਬਰ ਕੱਢ ਕੇ ਤੇ ਉਹ ਉਹਨੂੰ ਪੂਰੀ ਤਹਿਰੀਰ ਬਾਹਰ ਆ ਜਾਂਦੀ ਹੈ। ਉਹ ਉਹਨੂੰ ਫਿਰ ਪ੍ਰਿੰਟ ਕਰ ਲੈਂਦੇ ਨੇ, ਉਹਨਾਂ ਨੂੰ ਨਵੇਂ ਸਿਰੇ ਤੋਂ ਕੰਪੋਜ਼ ਨਹੀਂ ਕਰਨਾ ਪੈਂਦਾ। ਅੱਛਾ, ਪਹਿਲਾ ਨਾਵਲ ਜਿਹੜਾ ਤੁਸੀਂ ਲਿਖਿਆ ਜੀ, ਉਹਦਾ ਨਾਂ ਕੀ ਸੀ ਤੇ ਉਹ ਕਿਸ ਤਰ੍ਹਾਂ ਛਪਿਆ? ਕਿਉਂਕਿ ਨਵੇਂ ਬੰਦੇ ਨੂੰ ਤੇ ਨਹੀਂ ਕੁਝ ਛਾਪਣਾ ਚਾਹੁੰਦਾ। ਹਾਂਜੀ, ਪਹਿਲਾ ਨਾਵਲ ਖਾਲਸਾ ਸਾਹਿਬ ਘੁੰਗਰੂ ਔਰ ਕਸ਼ਕੋਲ ਸੀ। ਅੱਛਾ, ਸਭ ਦੀਆਂ ਤਹਿਰੀਰਾਂ ਪੜ੍ਹ ਕੇ ਔਰ ਆਪਣੀ ਲਾਇਬ੍ਰੇਰੀ 'ਚ ਦੇਖਿਆ ਕਿ ਇੰਨੀ ਸਾਰੀ ਕਿਤਾਬਾਂ ਪਈਆਂ, ਇਹਨਾਂ ਰੈਕ 'ਚ ਇੱਕ ਕਿਤਾਬ ਆਪਣੀ ਵੀ ਹੋਣੀ ਚਾਹੀਦੀ, ਕਮ ਸੇ ਕਮ ਇੱਕ ਤੇ ਹੋਣੀ ਚਾਹੀਦੀ ਆ। ਕਿਉਂਕਿ ਮੈਂ ਤਾਰਕ ਅਜ਼ੀਜ਼ ਸਾਹਿਬ ਦੇ ਮੂੰਹੋਂ ਸੁਣਿਆ ਸੀ ਕਿ ਉਹ ਕਹਿੰਦੇ ਨੇ, ਅਗਰ ਤੁਸੀਂ ਚਾਹੁੰਦੇ ਹੋ ਨਾ ਕਿ ਆਪਣੇ ਮਰਨ ਤੋਂ ਬਾਅਦ ਵੀ ਲੋਕ ਤੁਹਾਨੂੰ ਜ਼ਿੰਦਾ ਰੱਖਣ, ਤੇ ਆਪਣੇ ਹਿੱਸੇ ਦਾ ਇੱਕ ਦਰਖਤ ਲਗਾ ਦਿਓ ਜਾਂ ਫਿਰ ਇੱਕ ਕਿਤਾਬ ਲਿਖ ਦਿਓ, ਵੈਰੀ ਗੁੱਡ, ਲੋਕ ਤੁਹਾਨੂੰ ਜ਼ਿੰਦਾ ਸਮਝਣਗੇ। ਔਰ ਮੈਂ ਉਹ ਸੋਚਦੇ ਆਇਆ ਨਾ, ਇੱਕ ਆਪਣਾ ਪਹਿਲਾ ਨਾਵਲ ਘੁੰਗਰੂ ਔਰ ਕਸ਼ਕੋਲ, ਬਾਕਾਇਦਾ ਜਿਹੜਾ ਨਾਵਲ ਸੀ ਉਹ ਮੈਂ ਲਿਖਣਾ ਸ਼ੁਰੂ ਕੀਤਾ। ਤੇ ਉਹ ਅੱਲਾਹ ਤਾਲਾ ਨੇ ਕਰਮ ਇਹ ਕੀਤਾ ਕਿ ਉਹ ਛਪ ਤੇ ਗਿਆ, ਲੇਕਿਨ ਜਿਹੜਾ ਉਹ ਛਪਾਉਣ ਦੇ ਰਾਸਤੇ ਜਿਹੜਾ ਮੈਂ ਖੂਨ ਥੁੱਕਿਆ ਨਾ, ਉਹ ਲੋਕ ਨਹੀਂ ਦੇਖਦੇ। ਉਹਨਾਂ ਨੂੰ ਇਹ ਕਿ ਅੱਜ 16-17 ਨਾਵਲ ਲਿਖੇ ਗਏ ਨੇ। ਉਹ ਸਰ ਮਸਵਦਾ ਲੈ ਕੇ ਮੈਂ ਲਾਹੌਰ ਦੀਆਂ ਸੜਕਾਂ ਤੇ ਫਿਰਦਾ ਸੀ ਤੇ ਕੋਈ ਮੇਰੇ ਉਸ ਨਾਵਲ ਨੂੰ ਸ਼ਾਇਆ ਨਹੀਂ ਸੀ ਕਰ ਲਿਆ, ਕਿਉਂਕਿ ਉਸ ਵੇਲੇ ਤੁਹਾਡੀ ਉਮਰ ਕਿੰਨੀ ਸੀ? ਮੇਰੀ ਉਮਰ ਸਰ ਇਹ 2004 ਦੀ ਗੱਲ ਆ। 4 ਦੀ ਗੱਲ, ਸਹੀ। ਤੇ ਮੈਂ ਬਾਈ ਬਰਥ ਮੇਰੀ ਜਿਹੜੀ ਆ 1970 ਦੀ ਪੈਦਾਇਸ਼ ਆ। ਅੱਜ ਮਾਸ਼ਾਅੱਲਾ 53 ਸਾਲ ਮੇਰੀ ਉਮਰ ਆ। ਤੇ ਇਹ ਦੇਖ ਲਓ ਕਿ ਮੇਰੇ ਪੈਰਾਂ 'ਚ ਏਡੇ ਏਡੇ ਛਾਲੇ ਬਣ ਗਏ। ਜੂਨ ਜੁਲਾਈ ਦੀਆਂ ਦੁਪਹਿਰਾਂ, ਲਾਹੌਰ ਦੀਆਂ ਸੜਕਾਂ ਔਰ ਪਬਲਿਸ਼ਰਾਂ ਦਾ ਦੁਦਕਾਰ ਦੇਣਾ ਮੈਨੂੰ। ਮੈਂ ਜਿਸ ਦੁਕਾਨ ਦਾ ਦਰਵਾਜ਼ਾ ਖੜਕਾਉਣਾ ਨਾ, ਜਦੋਂ ਮੇਰੇ ਬਗਲ 'ਚ ਮਸਵਦਾ ਦੇਖਦੇ, ਵਾਕਈ ਇਸ ਤਰ੍ਹਾਂ ਵਾ ਕਿ ਤੁਸੀਂ ਸਿਰਫ ਉਹ ਕਹਾਣੀ ਬਿਆਨ ਕਰ ਰਹੇ ਹੋ ਕਿ ਪਹੁੰਚਾਵਲੇ ਪੈ ਗਿਆ ਜੀ ਇਸ ਕਾਰੇ ਖਾਰ 'ਚ ਤੇ ਕਾਰੇ ਜ਼ਾਰ 'ਚ। ਨਹੀਂ, ਇਹ ਦੇਖੋ, ਚੁੱਕੇ ਅਲਫਾਜ਼ ਜਿਹੜੇ ਆ ਨਾ ਉਹ ਅਸੀਂ ਇਸਤੇਮਾਲ ਕਰਦੇ ਆ, ਲੇਕਿਨ ਜਿਹੜੀ ਹਕੀਕਤ ਹੈ ਨਾ ਉਹ ਮੇਰੇ ਕਰਬ ਤੋਂ, ਮੇਰੇ ਅਲਫਾਜ਼ ਤੋਂ, ਮੇਰੇ ਲਹਿਜੇ ਤੋਂ ਤੁਹਾਨੂੰ ਮਹਿਸੂਸ ਹੁੰਦੀ ਹੋਣੀ ਆ। ਵਾਕਈ ਮੈਂ ਉਹ ਤਕਲੀਫ ਬੜੀ ਕੱਟੀ ਆ ਕਿਤਾਬ ਪਹਿਲੀ ਛਪਾਉਣ, ਕਿਉਂਕਿ ਮੇਰੇ ਕੋਲ ਸਰਮਾਇਆ ਕੋਈ ਨਹੀਂ ਸੀ ਔਰ ਬਗੈਰ ਸਰਮਾਇਆ ਤੋਂ ਪਬਲਿਸ਼ਰ ਛਾਪਦਾ ਕੋਈ ਨਹੀਂ ਸੀ। ਲੇਕਿਨ ਮੈਂ ਸਮਝਦਾ ਕਿ ਇੱਕ ਬੜਾ ਅੱਲਾਹ ਤਾਲਾ ਦਾ ਕਰਮ ਆ। ਪਹਿਲੇ ਇੱਕ ਪਬਲਿਸ਼ਰ ਨੇ ਮਸਵਦਾ ਪੜ੍ਹ ਕੇ ਰਿਜੈਕਟ ਕੀਤਾ, ਲੇਕਿਨ ਉਸਨੇ ਵੀ ਮੈਨੂੰ ਦੂਸਰੇ ਕੋਲ ਭੇਜ ਦਿੱਤਾ। ਅੱਛਾ, ਔਰ ਉਹਨਾਂ ਨੇ ਕਿਹਾ ਜੀ ਇਹਨੂੰ ਪੇਸ਼ੈਂਟਲੀ ਵੇਟ ਕਰੋ, ਪਿਆ ਰਵੇ, ਜਦੋਂ ਸਾਡੇ ਕੋਲ ਟਾਈਮ ਹੋਏਗਾ ਅਸੀਂ ਛਾਪ ਦਾਂਗੇ। ਸਹੀ। ਬਸ ਫਿਰ ਅੱਲਾਹ ਤਾਲਾ ਦੀ ਅਤਾ ਹੋਈ, ਉਹਨਾਂ ਨੇ ਦੇਖਿਆ ਔਰ ਉਹਦੀਆਂ ਬਹੁਤ ਸਾਰੀਆਂ ਗਲਤੀਆਂ ਕੱਢ ਕੇ ਮੈਨੂੰ ਦੱਸੀਆਂ ਕਿ ਅਗਰ ਆਇੰਦਾ ਲਿਖਣਾ ਤੇ ਐਸਾ ਲਿਖਣਾ। ਮੈਂ ਉਹਨਾਂ ਗਲਤੀਆਂ ਤੋਂ ਸਿੱਖਿਆ। ਫਿਰ ਮੇਰਾ ਦੂਸਰਾ ਨਾਵਲ ਗੀਲੇ ਪੱਥਰ, ਉਹ ਅਲਹਮਦੁਲਿਲਾ ਅੱਲਾਹ ਤਾਲਾ ਨੇ ਇੰਨੀ ਉਹਦੇ 'ਚੋਂ ਇੱਜ਼ਤ ਦਿੱਤੀ ਕਿ ਅੱਜ ਪਬਲਿਸ਼ਰ ਮੇਰੇ ਕੋਲੋਂ ਖੁਦ ਮੰਗ ਰਹੇ ਨੇ। ਅੱਛਾ, ਇਹਦੀ ਕੀ ਵਜ੍ਹਾ ਹੈ ਕਿ ਮਸਲਾ ਤੁਸੀਂ 17 ਨਾਵਲ ਕਹਿ ਰਹੇ ਹੋ ਜੀ? 16, ਜੀ ਹਾਂ, ਮਾਰਕੀਟ। ਇਹਦੀ ਕੀ ਵਜ੍ਹਾ ਹੈ ਕਿ ਇੰਨੇ ਨਾਵਲ ਹੋਣ ਦੇ ਬਾਵਜੂਦ ਸਾਨੂੰ ਤੁਹਾਡਾ ਕੋਈ ਡਰਾਮਾ ਨਜ਼ਰ ਨਹੀਂ ਆਉਂਦਾ ਇਹਨਾਂ ਤੇ ਬਣਿਆ? ਤੁਹਾਡੇ ਜਵਾਬ ਤੋਂ ਪਹਿਲਾਂ ਮੈਂ ਇੱਕ ਚੀਜ਼ ਐਡ ਕਰਨਾ ਚਾਹੁੰਦਾ ਹਾਂ ਕਿ ਮੈਂ ਤੁਹਾਡੇ ਨਾਵਲ ਇੱਕ ਦੋ ਪੜ੍ਹਨ ਦਾ ਇਤਫਾਕ ਹੋਇਆ ਜਿਹੜੇ ਤੁਸੀਂ ਮੈਨੂੰ ਅਨਾਇਤ ਕੀਤੇ ਸਨ। ਜੀ ਜੀ। ਤੁਹਾਡਾ ਸਬਜੈਕਟ ਬਹੁਤ ਔਖਾ, ਮੈਂ ਨਹੀਂ ਸਮਝਦਾ ਕਿ ਉਹ 'ਤੇ ਕੋਈ ਜਿਹੜਾ ਪ੍ਰੋਡਿਊਸਰ ਆ ਕੋਈ ਇੰਨੀ ਮਿਹਨਤ ਕਰਕੇ ਉਹ 'ਤੇ ਡਰਾਮਾ ਬਣਾ ਸਕਦਾ। ਮੈਂ ਸਬਜੈਕਟ ਦੀ ਵਜ੍ਹਾ ਤੁਹਾਨੂੰ ਮੈਂ ਦੱਸਣ ਲੱਗਾ ਕਿ ਫੈਸਲਾਬਾਦ ਆਰਟਸ ਕੌਂਸਲ 'ਚ ਅਸੀਂ ਕੰਮ ਕਰਦੇ ਸੀ ਨਾ, ਮੇਰਾ ਜਿਹੜਾ ਸਕ੍ਰਿਪਟ ਹੁੰਦਾ ਸੀ ਨਾ, ਉਹ ਉੱਥੇ ਬਹੁਤ ਸਾਰੇ ਲੋਕ ਦੌੜ ਜਾਂਦੇ ਸੀ, ਜਿਹੜੇ ਸਟੂਡੈਂਟ ਸੀ, ਜਿਹੜੇ ਕੰਮ ਕਰਨਾ ਚਾਹੁੰਦੇ ਸੀ ਔਰ ਜਿਹੜੇ ਸੀਨੀਅਰ ਆਰਟਿਸਟ ਆਪਣੇ ਆਪ ਨੂੰ ਸਟੇਜ ਦੇ ਸਮਝਦੇ ਨੇ, ਉਹ ਮੇਰਾ ਸਕ੍ਰਿਪਟ ਪੜ੍ਹ ਕੇ ਦੌੜ ਜਾਂਦੇ ਸੀ। ਕਹਿੰਦੇ ਸਾਡੇ ਕੋਲੋਂ ਇਹ ਅਦਾਇਗੀ ਨਹੀਂ ਹੁੰਦੀ, ਇਹ ਅਲਫਾਜ਼ ਨਹੀਂ ਬੋਲੇ ਜਾਂਦੇ, ਇੱਕ ਤੇ ਉਰਦੂ ਬੜੀ ਲਿਖਦੇ ਨੇ ਇਸ ਤਰ੍ਹਾਂ ਦੀ ਔਰ ਫਿਕਰੇ ਬੜੇ ਹੁੰਦੇ ਨੇ, ਤੇ ਉਹ ਅਸੀਂ ਤੇ ਸਿੱਧਾ ਸਿੱਧਾ ਜੋ ਡਰਾਮਾ ਅੱਜ ਕੱਲ੍ਹ ਟੀਵੀ ਤੇ ਚੱਲ ਰਿਹਾ ਨਾ, ਮੈਂ ਖਾਲਸਾ ਸਾਹਿਬ ਉਸ ਕਿਸੇ ਵੀ ਐਪੀਸੋਡ ਤੋਂ ਇਤਫਾਕ ਨਹੀਂ ਕਰਦਾ। ਕਿਉਂਕਿ ਫਿਲਮ ਇੰਡਸਟਰੀ 'ਚ ਬੇੜਾ ਗਰਕ ਕਰਨ ਵਾਸਤੇ ਸਕ੍ਰਿਪਟ ਖਤਮ ਕਰ ਦਿੱਤਾ ਗਿਆ ਸੀ, ਭੇਡ ਚਾਲ ਸ਼ੁਰੂ ਹੋ ਗਈ ਸੀ, ਫਿਲਮ ਇੰਡਸਟਰੀ ਖਤਮ ਹੋ ਗਈ। ਡਰਾਮੇ ਦੇ ਨਾਲ ਵੀ ਅੱਜ ਉਹੀ ਹੋ ਰਿਹਾ। ਮੇਰੇ ਕੋਲ ਇਹ ਚੀਜ਼ ਆ ਕਿ ਮੈਂ ਸੱਸ ਬਹੂ ਦੇ ਝਗੜੇ ਨਹੀਂ ਲਿਖ ਸਕਦਾ। ਮੈਂ देवर जेठानी ये बॉस सेक्रेटरी के साथ, सेक्रेटरी बॉस के साथ ये जो वल्गर चल रहा है, मैं वो नहीं लिखता। मैं ये चीज़ लिखता कि तसव्वुफ, लव स्टोरी, इश्क हकीकी, इश्क मजाजी
ਹਕੀਕਤ ਦੇ ਬਿਲਕੁਲ ਕਰੀਬ ਜਾ ਕੇ ਚੀਜ਼ ਹੋਵੇ। ਮੈਂ ਇਸ ਚੀਜ਼ ਦਾ ਵੀ ਕਾਇਲ ਨਹੀਂ ਕਿ ਇੱਕ ਸੀਨ ਨੂੰ ਤੁਸੀਂ ਬਾਰ-ਬਾਰ ਇਨਰ ਕੱਟ ਕਰਕੇ ਦਿਖਾ ਰਹੇ ਹੋ, ਬਾਰ-ਬਾਰ ਦਿਖਾ ਰਹੇ ਹੋ, ਤੇ ਉਹ ਡਰਾਮੇ ਦਾ ਅਸਲ ਹੁਸਨ ਖਤਮ ਹੋ ਜਾਂਦਾ। ਸ਼ਾਇਦ ਇਹ ਵਜ੍ਹਾ ਵਾ। ਤੁਹਾਡੀ ਵੀ ਗੱਲ ਠੀਕ ਆ ਕਿ ਮੇਰਾ ਜਿਹੜਾ ਤਹਿਰੀਰ ਆ ਉਹ ਬੜੀ ਮੁਸ਼ਕਲ ਹੁੰਦੀ ਆ, ਲੇਕਿਨ ਮੈਂ ਨਹੀਂ ਸਮਝਦਾ। ਮੈਂ ਇਹ ਸਮਝਦਾ ਕਿ ਅਗਰ ਕੋਈ ਪ੍ਰੋਡਿਊਸਰ ਮੇਰੇ ਨਾਲ ਕੰਮ ਕਰਨਾ ਚਾਹੁੰਦਾ ਮੇਰੀ ਤਹਿਰੀਰ ਤੇ, ਉਹ ਮੇਰੇ ਨਾਲ ਬੈਠੇ, ਉਹਨੂੰ ਅਸੀਂ ਕਮੀ ਬੇਸ਼ੀ ਕਰਕੇ ਕਰ ਸਕਦੇ ਹਾਂ। ਲੇਕਿਨ ਮੇਰੇ ਨਾਲ ਕੋਈ ਵੀ ਰਾਬਤਾ ਇਸ ਵਾਸਤੇ ਨਹੀਂ ਕਰ ਰਿਹਾ ਕਿ ਉਹ ਕਿਤਾਬ ਪੜ੍ਹ ਕੇ ਨਾ ਉਹ ਤਹਿਰੀਰ ਦੀ ਨਹੀਂ, ਉਹ ਇਸੇ ਤਰ੍ਹਾਂ ਹੀ ਨਾ ਦੇਖੋ, ਇੱਥੇ AME ਸਾਹਿਬ ਨੇ ਐਸੇ ਕਿਰਦਾਰ ਤਖਲੀਕ ਕੀਤੇ, ਤੁਸੀਂ ਵੀ ਪੜ੍ਹੇ ਹੋਣਗੇ, ਅਸੀਂ ਵੀ ਪੜ੍ਹੇ ਆ, ਕਿ ਹੈਰੀ ਪੋਟਰ ਉਹਦੇ ਸਾਹਮਣੇ ਕੋਈ ਚੀਜ਼ ਨਹੀਂ ਸੀ, ਲੇਕਿਨ ਉਹ ਲੋਕ ਟੈਕਨੋਲੋਜੀ ਦੇ ਸਿਰ ਤੇ ਉਹਨਾਂ ਨੂੰ ਹੈਰੀ ਪੋਟਰ ਨੂੰ ਇੱਕ ਲਾਜ਼ਵਾਲ ਚੀਜ਼ ਬਣਾ ਦਿੱਤਾ। ਸਰ ਉਹਦੇ ਵਿੱਚ ਇਹ ਚੀਜ਼ ਆ, ਜਦੋਂ ਇਹ ਹਮੀਦ ਸਾਹਿਬ, ਅਸ਼ਫਾਕ ਸਾਹਿਬ, ਬਾਨੋ ਕੁਰਸੀਆ ਸਾਹਿਬਾ ਲਿਖਦੇ ਸੀ, ਅਮਜਦ ਸਲਾਮ ਸਾਹਿਬ ਲਿਖਦੇ ਸੀ, ਉਦੋਂ ਫਨਕਾਰ ਮਿਹਨਤ ਕਰਦਾ ਸੀ ਸਕ੍ਰਿਪਟ ਤੇ। ਸਕ੍ਰਿਪਟ ਪੜ੍ਹਿਆ ਜਾਂਦਾ ਸੀ, 8 ਦਿਨ 10 ਦਿਨ ਤੱਕ ਸਕ੍ਰਿਪਟ ਪੜ੍ਹਦੇ ਸੀਗੇ। ਫਿਰ ਉਹਦੇ ਤਲਫਜ਼ ਦੀ ਅਦਾਇਗੀ, ਫਿਰ ਉਹਨੂੰ ਬਿਹਤਰੀਨ ਅੰਦਾਜ਼ ਦੇ ਨਾਲ ਡਾਇਰੈਕਟਰ ਨੇ ਇਸ ਤਰ੍ਹਾਂ ਡਾਇਰੈਕਟ ਕਰਵਾਉਣਾ ਕਿ ਉਹ ਪਹਿਲੇ ਖੁਦ ਕਰਕੇ ਦੱਸਦਾ ਸੀ। ਅੱਜ ਦੀ ਤਹਿਰੀਰ 'ਚ ਜਾਨ ਇਸ ਤਰ੍ਹਾਂ ਮਹਿਸੂਸ ਨਹੀਂ ਹੁੰਦੀ ਕਿ ਅਦਾਕਾਰ ਮਿਹਨਤ ਨਹੀਂ ਕਰ ਰਿਹਾ, ਅਦਾਕਾਰ ਸਕ੍ਰਿਪਟ ਨਹੀਂ ਪੜ੍ਹ ਰਿਹਾ, ਪ੍ਰੋਡਿਊਸਰ ਡਾਇਰੈਕਟਰ ਜਿਹੜਾ ਨਾ ਉਹ ਸਕ੍ਰਿਪਟ ਦੀ ਉਸ ਲਾਈਨ ਨੂੰ ਇਗਨੋਰ ਕਰ ਜਾਂਦਾ ਜਿਹੜੀ ਰਾਈਟਰ ਨੇ ਲਿਖੀ ਹੁੰਦੀ, ਔਰ ਉਹ ਅਦਾ ਕਰ ਦਿੰਦਾ ਜਿਹੜੀ ਉਹ ਠੀਕ ਹੈ ਜੀ ਇਹਨੂੰ ਓਕੇ ਕਰ ਦਿਓ। ਤੇ ਇਸ ਤਰ੍ਹਾਂ ਜਿਹੜਾ ਨਾ ਉਹ ਮਿਆਰ ਗਿਰ ਰਿਹਾ। ਅੱਛਾ ਭਾਈ ਸਾਹਿਬ, ਅੱਜ ਦੇ ਅਦੀਬ ਨੂੰ ਉਹ ਇੱਜ਼ਤ, ਉਹ ਪਜ਼ੀਰਾਈ ਕਿਉਂ ਨਹੀਂ ਮਿਲ ਰਹੀ ਜਿਹੜੀ ਅਸੀਂ ਦੇਖਦੇ ਹਾਂ ਕਿ ਪੁਰਾਣੇ ਦੌਰ 'ਚ ਹੈ ਸੀ? ਪੁਰਾਣੇ ਦੌਰ 'ਚ ਜਿਹੜਾ ਅਦੀਬ ਸੀ ਉਹ ਅਦਬ ਤਖਲੀਕ ਕਰਦਾ ਸੀ, ਉਹ ਮਿਹਨਤ ਕਰਦਾ ਸੀ, ਉਹ ਆਪਣੀ ਤਹਿਰੀਰ ਨੂੰ ਤਹਿਰੀਰ ਕਰਨ ਤੋਂ ਪਹਿਲਾਂ ਤਹਿਕੀਕ ਕਰਦਾ ਸੀ। ਜਿਸ ਮੌਜੂ 'ਤੇ ਲਿਖਣਾ ਚਾਹੁੰਦਾ ਸੀ ਉਹਦੀ ਬਾਕਾਇਦਾ ਤਹਿਕੀਕ ਹੁੰਦੀ ਸੀ, ਔਰ ਤਹਿਕੀਕ ਤੋਂ ਬਾਅਦ ਬੜੇ ਦਾਅਵੇ ਨਾਲ ਕਿਤਾਬ ਦੀ ਸ਼ਕਲ 'ਚ ਉਹ ਮਾਰਕੀਟ 'ਚ ਆਉਂਦੀ ਸੀ, ਔਰ ਉਸ ਅਦੀਬ ਦੀ ਇੱਜ਼ਤ ਕਾਰੀ ਵੀ ਕਰਦਾ ਸੀ, ਹਕੂਮਤੀ ਸਤਹ 'ਤੇ ਵੀ ਹੁੰਦੀ ਸੀ। ਲੇਕਿਨ ਅੱਜ ਦਾ ਜਿਹੜਾ ਅਦੀਬ ਆ ਉਹ ਤਹਿਕੀਕ ਨਹੀਂ ਕਰਦਾ ਆਪਣੀ ਤਹਿਰੀਰ ਬਾਰੇ। ਇੱਕ ਬੰਦਾ ਰੋਡ ਤੇ ਜਾ ਰਿਹਾ, ਉਹ ਇੱਕ ਐਕਸੀਡੈਂਟ ਨੂੰ ਦੇਖ ਕੇ ਇੱਕ ਪੂਰਾ ਅਫਸਾਨਾ ਜਾਂ ਅਫਸਾਨਚਾ ਲਿਖ ਦਿੰਦਾ ਹੈ। ਉਹ ਤਹਿਰੀਰ 'ਚ ਤਹਿਕੀਕ ਹੈ ਨਹੀਂ, ਉਹ ਐਕਸੀਡੈਂਟ ਦੇਖ ਕੇ ਲਿਖ ਦਿੱਤਾ, ਉਹ ਇਹ ਨਹੀਂ ਦੇਖਿਆ ਕਿ ਉਹ ਕਿਆ ਝੂਠ ਸੀ, ਸੱਚ ਸੀ, ਕਿਆ ਮਸਲਾ ਸੀ, ਕਿਆ ਹੋਇਆ। ਇਸ ਵਾਸਤੇ ਉਸ ਅਦੀਬ ਨੂੰ ਉਹ ਪਜ਼ੀਰਾਈ ਨਹੀਂ ਮਿਲ ਪਾ ਰਹੀ ਜਿਹੜੀ ਉਹਦੀ ਤਹਿਰੀਰ 'ਚੋਂ ਨਜ਼ਰ ਨਹੀਂ ਆਉਂਦੀ। ਲੇਕਿਨ ਅਫਸਾਨੇ ਲਈ ਤੇ ਐਡੀ ਕੋਈ ਉਹਦੀ ਤਹਿਕੀਕ ਦੀ ਜ਼ਰੂਰਤ ਨਹੀਂ ਕਿ ਇਹਦੇ 'ਚ ਕਿੰਨੇ ਮਰ ਗਏ, ਕਿੰਨੇ ਜ਼ਿੰਦਾ ਰਹੇ, ਐਕਸੀਡੈਂਟ ਕਿੱਦਾਂ ਹੋਇਆ, ਕੀ ਖਿਆਲ ਜੀ? ਅਫਸਾਨਾ ਤੇ ਟੋਟਲ ਤਖਯਲਾਤੀ ਚੀਜ਼ ਹੈ ਨਾ। ਠੀਕ ਹੈ, ਇੱਕ ਚੀਜ਼ ਅਸੀਂ ਦੇਖ ਲਈ ਕਿ ਐਕਸੀਡੈਂਟ ਹੋਇਆ ਜੀ। ਐਕਸੀਡੈਂਟ ਦਾ ਲਫ਼ਜ਼ ਤੇ ਇੱਕ ਮੈਂ ਇਸਤੇਮਾਲ ਕੀਤਾ ਸੀਗਾ ਕਿ ਇੱਕ ਬੰਦਾ ਜਿਹੜਾ ਨਾ ਇਰਤਕਾਈ ਅਮਲ 'ਚੋਂ ਕਿਸ ਤਰ੍ਹਾਂ ਗੁਜ਼ਰਦਾ। ਹੁਣ ਅਗਰ ਅਸੀਂ ਅਫਸਾਨਾ ਪੜ੍ਹੀਏ ਗੁਲਾਮ ਅਬਾਸ ਸਾਹਿਬ ਦਾ ਓਵਰਕੋਟ, ਦੇਖੋ ਉਹਦੇ 'ਚ ਐਕਸੀਡੈਂਟ ਕੋਈ ਨਹੀਂ, ਲੇਕਿਨ ਉਹ ਤਹਿਰੀਰ ਨੇ ਕਿੰਨਾ ਮੁਤਾਸਰ ਕੀਤਾ ਕਿ ਉਹਨੂੰ ਸਿਲੇਬਸ ਦਾ ਹਿੱਸਾ ਬਣਾ ਦਿੱਤਾ ਗਿਆ। ਉਹ ਵੀ ਇੱਕ ਅਫਸਾਨਾ ਹੀ ਹੈ। ਉਹ ਆਖਰ ਐਕਸੀਡੈਂਟ ਦੇ ਹੀ ਉਹ ਚੀਜ਼ ਜੀ ਐਕਸੀਡੈਂਟ ਬਣਦਾ ਨਾ ਐਂਡ ਤੇ, ਉਹਦੀ ਤਹਿਕੀਕ ਸੀ। ਉਹਨਾਂ ਦੀ ਇਹ ਦੇਖਿਆ ਸੀਗਾ ਕਿ ਇਹ ਇੱਕ ਖੁਸ਼ਹਾਲ ਬੰਦਾ ਨਜ਼ਰ ਆ ਰਿਹਾ ਜਦਕਿ ਐਸਾ ਹੈ ਨਹੀਂ। ਉਹ ਆਖਰ ਤੱਕ ਗਏ, ਆਖਰ ਤੱਕ ਜਦੋਂ ਸਭ ਕੁਝ ਸਾਹਮਣੇ ਆਇਆ ਤੇ ਉਹ ਇੰਨਾ ਕੁ ਸੁਪਰ ਹਿੱਟ ਹੋਇਆ ਕਿ ਉਹਨੂੰ ਸਿਲੇਬਸ 'ਚ ਸ਼ਾਮਲ ਕਰਨਾ ਪਿਆ। ਅੱਛਾ, ਤੁਸੀਂ ਜਿਹੜੇ ਆਪਣੇ ਨਾਵਲ 'ਚ ਕਿਰਦਾਰ ਤਖਲੀਕ ਕਰਦੇ ਹੋ ਜੀ, ਉਹ ਆਮ ਜ਼ਿੰਦਗੀ ਤੋਂ ਲੈ ਰਹੇ ਹੋ ਜਾਂ ਬਸ ਤਖਯਲ ਤੋਂ? ਕੋਈ ਮੇਰੇ ਨਾਵਲਾਂ 'ਚ ਜ਼ਿਆਦਾਤਰ 70% ਜਿਹੜਾ ਨਾ ਮੈਂ ਕੋਸ਼ਿਸ਼ ਕਰਦਾ ਕਿ ਸੱਚ ਤੇ ਮਬਨੀ ਹੋਵੇ, ਔਰ ਜਦੋਂ ਮੈਂ ਸੱਚ ਤੇ ਮਬਨੀ ਲਿਖਣਾ ਤੇ ਫਿਰ ਉਹਦੇ 'ਚ ਬਹੁਤ ਸਾਰੇ ਕਿਰਦਾਰ ਐਸੇ ਨੇ ਜਿਹੜੇ ਮੇਰੇ ਇਰਦ ਗਿਰਦ ਹੀ ਘੁੰਮਦੇ ਨੇ। ਉਹ ਮੇਰੀ ਫੈਮਿਲੀ 'ਚ ਵੀ ਨੇ, ਮੇਰੇ ਦੋਸਤਾਂ 'ਚ ਵੀ ਨੇ, ਮੇਰੇ ਅਹਿਬਾਬ 'ਚ ਵੀ ਨੇ। ਮੈਂ ਉਹਨਾਂ ਦੇ ਨਾਮ ਵੀ ਉੱਥੋਂ ਪਿਕ ਕਰ ਲੈਂਦਾ, ਮੈਂ ਉਹਨਾਂ ਦੇ ਅੰਦਾਜ਼ ਗੁਫ਼ਤਗੂ ਦਾ ਸਟਾਈਲ, ਔਰ ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਕਿ ਜਿਸ ਅੰਦਾਜ਼ 'ਚ ਮੇਰਾ ਇੱਕ ਦੋਸਤ ਬੋਲ ਰਿਹਾ ਨਾ ਮੈਨੂੰ ਉਸੇ ਅੰਦਾਜ਼ 'ਚ ਲਿਖਾਂ। ਮੈਂ ਉਹਦੇ ਲਿਖਣ ਵਾਸਤੇ ਉਹਨੂੰ ਕਈ ਵਾਰ ਮਿਲਦਾ, ਕਈ ਵਾਰ ਮਿਲ ਕੇ ਮੈਂ ਉਹ ਲਹਿਜਾ ਲਿਖਣ ਦੀ ਕੋਸ਼ਿਸ਼ ਕਰਦਾ। ਤੇ ਕਹਾਣੀ ਦਾ ਤਾਨਾ ਬਾਨਾ ਵੀ ਤੁਸੀਂ ਕੁਝ ਸੱਚੇ ਵਾਕਿਆਤ ਤੋਂ ਲੈਂਦੇ ਹੋ ਕਿ ਹਾਂਜੀ ਤਖਯਲ ਆ? ਤਖਯਲ ਜ਼ਿਆਦਾ ਹੁੰਦਾ ਇਹਦੇ 'ਚ, ਤਾਨਾ ਬਾਨਾ ਥੋੜਾ ਹੁੰਦਾ, ਸੱਚੇ ਵਾਕਿਆਤ ਥੋੜੇ ਹੁੰਦੇ ਨੇ। ਲੇਕਿਨ ਇਹ ਹੈ ਕਿ ਲੱਸੀ ਨੂੰ ਰੇੜਕਣ ਵਾਸਤੇ ਨਾ ਦਹੀਂ ਮਿਲਾਉਣਾ ਪੈਂਦਾ, ਕੱਲੀ ਲੱਸੀ ਨਹੀਂ ਬਣਦੀ। ਉਹ ਅਸੀਂ ਜਿਹੜਾ ਨਾ ਦਹੀਂ ਉਹ ਮਿਲਾਉਂਦੇ ਆ ਜਿਹੜਾ ਖਾਲਸ ਦਹੀਂ ਹੁੰਦਾ, ਉਹ ਥੋੜਾ ਹੀ ਹੁੰਦਾ ਜਿਹਾ। ਸਹੀ ਹੋ ਗਿਆ। ਅੱਛਾ, ਇੱਕ ਅਦੀਬ ਦੀ ਅਗਰ 1000 ਬੁੱਕ ਛਾਇਆ ਹੋ ਵੀ ਜਾਂਦੀ ਹੈ ਤੇ ਮੇਰਾ ਖਿਆਲ ਹੈ ਕਿ ਜਿੰਨੀਆਂ ਪਾਕਿਸਤਾਨ 'ਚ ਲਾਇਬ੍ਰੇਰੀਆਂ ਨੇ, ਜਿੰਨੇ ਕਾਲਜਸ ਨੇ,
ਉਹ 1000 ਬੁੱਕ ਤੇ ਕੋਈ ਇੱਕ ਬੁੱਕ ਵੀ ਪੂਰੀ ਨਹੀਂ, ਮੇਰਾ ਖਿਆਲ ਕੋਈ 5-10 ਹਜ਼ਾਰ ਤੇ ਐਸੇ ਪੁਆਇੰਟਸ ਹੋਣਗੇ ਕਿ ਜਿੱਥੇ ਉਹ ਬੁੱਕ ਜਾਣੀ ਚਾਹੀਦੀ ਲਾਜ਼ਮੀ। ਦੇਖੋ ਕੋਈ ਲਾਇਬ੍ਰੇਰੀ ਹੈ, ਕਾਲਜ ਦੀ ਲਾਇਬ੍ਰੇਰੀ ਹੈ, ਯੂਨੀਵਰਸਿਟੀ ਦੀ ਹੈ ਜਾਂ ਗਵਰਨਮੈਂਟ ਸਤਹ ਤੇ ਹੈ ਜਾਂ ਕਿਸੇ ਨੇ ਵੈਸੇ ਕੋਈ ਬਹੁਤ ਅੱਛੀ ਬਣਾਈ ਹੈ ਤੇ ਉਹ ਬੁੱਕ ਦਾ ਉੱਥੇ ਮੌਜੂਦ ਹੋਣਾ ਉਸ ਲਿਖਾਰੀ ਲਈ ਬੜਾ ਇੱਕ ਇਜਾਜ਼ ਆ। ਲੇਕਿਨ ਅਲਮੀਆ ਇਹ ਆ ਕਿ ਪਾਕਿਸਤਾਨ ਚੋਂ ਜਿਹੜੀਆਂ ਕਮਰਸ਼ੀਅਲ ਲਾਇਬ੍ਰੇਰੀਆਂ ਸੀ ਉਹ ਖਤਮ ਕਰ ਦਿੱਤੀਆਂ। ਮੇਰੇ ਫੈਸਲਾਬਾਦ 'ਚ ਜਦੋਂ ਮੈਂ ਲਾਇਬ੍ਰੇਰੀ ਚਲਾਉਂਦਾ ਸੀ ਉਦੋਂ 260 ਲਾਇਬ੍ਰੇਰੀਆਂ ਸੀ। ਅੱਜ ਜਿਹੜੀਆਂ ਨਾ ਸਿਰਫ 2 ਲਾਇਬ੍ਰੇਰੀਆਂ ਫੈਸਲਾਬਾਦ 'ਚ ਕੰਮ ਕਰ ਰਹੀਆਂ ਨੇ ਜਿਹੜੀਆਂ ਕਮਰਸ਼ੀਅਲ ਨੇ, ਔਰ ਉਹ ਵੀ ਵਿਚਾਰੇ ਮੁਕੰਮਲ ਲਾਇਬ੍ਰੇਰੀ ਤੋਂ ਰੋਜ਼ਗਾਰ ਨਹੀਂ ਚਲਾ ਰਹੇ। ਉਹਨਾਂ ਨੇ ਨਾਲ ਕੋਈ ਜਨਰਲ ਸਟੋਰ ਜਾਂ ਕੋਈ ਐਸਾ ਸਿਲਸਿਲਾ ਸ਼ੁਰੂ ਕੀਤਾ ਜਿਹਦੇ ਨਾਲ ਕਿਤਾਬ ਉਹਨਾਂ ਦੀ ਇੱਕ ਸਿਲਸਿਲਾ ਚੱਲਦਾ ਰਹੇ। ਤੁਸੀਂ ਕਾਲਜਾਂ ਯੂਨੀਵਰਸਿਟੀਆਂ ਦੀ ਗੱਲ ਕਰਦੇ ਆ ਨਾ, ਕਾਲਜ ਯੂਨੀਵਰਸਿਟੀ ਨੂੰ ਖੁਦ ਰਿਕਮੈਂਡ ਕਰਨਾ ਚਾਹੀਦਾ ਕਿ ਇੱਕ ਨਵੇਂ ਰਾਈਟਰ ਦੀ ਕਿਤਾਬ ਆਈ ਹੈ ਜਾਂ ਇੱਕ ਪੁਰਾਣਾ ਰਾਈਟਰ ਆ ਉਹਦੀ ਕਿਤਾਬ ਆਈ ਹੈ, ਸਾਡੀ ਲਾਇਬ੍ਰੇਰੀ 'ਚ ਮੌਜੂਦ ਹੋਣੀ ਚਾਹੀਦੀ ਨੇ। ਔਰ ਉਹ ਕਿਤਾਬ ਦੈਟਸ ਪੁਆਇੰਟ, ਇਹ ਬਹੁਤ ਅੱਛਾ ਤੁਸੀਂ ਪੁਆਇੰਟ ਇੱਕ ਦਿੱਤਾ ਵਾ ਕਿ ਉਹ ਖੁਦ ਉਹ ਬੁੱਕਾਂ ਸੁਜੈਸ਼ਨ ਦੇਣ ਲਾਇਬ੍ਰੇਰੀਆਂ। ਦੇਖੋ ਜਿਹੜੇ ਵੀ ਲਾਇਬ੍ਰੇਰੀ ਦੇ ਬਣਾਏ ਨੇ, ਅਸੀਂ ਹੈੱਡ ਬਣਾਏ ਨੇ, ਉਹਨਾਂ ਨੂੰ ਇਹਨਾਂ ਚੀਜ਼ਾਂ ਤੇ ਗੌਰ ਰੱਖਣਾ ਚਾਹੀਦਾ। ਕਿਹੜੀ ਬੁੱਕ ਛਪ ਰਹੀ ਹੈ, ਉਹਨਾਂ ਨੂੰ ਜਿੰਨੇ ਵੀ ਪਬਲਿਸ਼ਰ ਅਦਾਰੇ ਨੇ ਉਹਨਾਂ ਦੇ ਨਾਲ ਟੱਚ ਰਹਿਣਾ ਚਾਹੀਦਾ। ਜਿਹੜੀ ਅੱਛੀ ਬੁੱਕ ਆ ਉਹ ਖੁਦ, ਬਲਕਿ ਮੈਂ ਸੁਣਿਆ ਵਾ ਕਿ ਸ਼ਾਇਦ ਗਵਰਨਮੈਂਟ ਖਰੀਦਦੀ ਵੀ ਆ ਬੁੱਕਾਂ ਆਪਣੇ ਤੌਰ ਦੇ ਉੱਤੇ। ਸਰ ਗਵਰਨਮੈਂਟ ਖਰੀਦਦੀ ਆ, ਜਿਹੜੀ ਕਾਲਜ ਯੂਨੀਵਰਸਿਟੀ 'ਚ ਲਾਇਬ੍ਰੇਰੀਅਨ ਬਿਠਾਇਆ ਗਿਆ ਉਹਦਾ ਕੰਮ ਹੀ ਇਹ ਆ। ਇੱਕ ਬੰਦਾ ਹੱਥ 'ਚ ਬਰਸ਼ ਫੜ ਕੇ ਮਜ਼ਦੂਰਾਂ ਦੇ ਨਾਲ ਬੈਠਾ, ਇਹਦਾ ਮਤਲਬ ਕਿ ਉਹ ਪੇਂਟ ਕਰਨਾ ਜਾਣਦਾ ਔਰ ਉਹਨੂੰ ਅਸੀਂ ਪੇਂਟਰ ਨੂੰ ਬੁਲਾਵਾਂਗੇ। ਜਿਸ ਬੰਦੇ ਨੂੰ ਤੁਸੀਂ ਲਾਇਬ੍ਰੇਰੀਅਨ ਬਣਾਇਆ ਉਹਦਾ ਕੰਮ ਹੀ ਇਹ ਆ, ਕਿਤਾਬਾਂ ਨੂੰ ਦੇਖੇ ਕਿਹੜੀ ਕਿਤਾਬ ਆ ਰਹੀ, ਕਿਹੜੀ ਕਿਤਾਬ ਵਿਕ ਰਹੀ ਆ, ਕਿਹੜਾ ਮੁਸੰਨਫ ਵਿਕ ਰਿਹਾ, ਉਹ ਰਿਕਮੈਂਡ ਕਰੇ ਆਪਣੇ ਕਾਲਜ ਨੂੰ, ਯੂਨੀਵਰਸਿਟੀ ਨੂੰ, ਗਵਰਨਮੈਂਟ ਕੋਲੋਂ ਮੰਗਵਾਵੇ। ਗਵਰਨਮੈਂਟ ਬਕਾਇਦਾ ਫੰਡ ਦਿੰਦੀ ਹੈ ਲਾਇਬ੍ਰੇਰੀਆਂ ਵਾਸਤੇ। ਤੁਸੀਂ ਦੇਖੋ ਜਾ ਕੇ ਹਜ਼ਾਰਾਂ ਕਿਤਾਬਾਂ ਲੱਗੀਆਂ, ਇਹਦਾ ਫੰਡ ਦੇ ਨਾਲ ਹੀ ਚੱਲ ਰਹੀਆਂ। ਤੇ ਇਹ ਲਾਇਬ੍ਰੇਰੀਅਨ ਨੂੰ ਰਿਕਮੈਂਡ ਕਰਨਾ ਚਾਹੀਦਾ ਕਿ ਇੱਕ ਮੁਸੰਨਫ ਦੀਆਂ ਕਿਤਾਬਾਂ ਦੀ 5 ਕਾਪੀਆਂ 4 ਕਾਪੀਆਂ 10 ਕਾਪੀਆਂ। ਤੁਸੀਂ ਗੱਲ ਕੀਤੀ ਕਿ 1000 ਕਿਤਾਬ ਤੇ ਬਿਲਕੁਲ ਬਹੁਤ ਆਸਾਨੀ ਨਾਲ ਸੇਲ ਹੋ ਸਕਦੀ ਆ। ਅਲਮੀਆ ਇਹ ਆ ਕਿ ਕਾਲਜਸ ਯੂਨੀਵਰਸਿਟੀ ਦੇ ਲਾਇਬ੍ਰੇਰੀਅਨ ਰਿਕਮੈਂਡ ਨਹੀਂ ਕਰਦੇ, ਇਸ ਵਾਸਤੇ ਉਹ ਕਿਤਾਬ ਪਬਲਿਸ਼ਰ ਦੇ ਗੋਦਾਮ 'ਚ ਪਈ ਰਹਿੰਦੇ। ਬਿਲਕੁਲ ਤੁਹਾਡੀ ਗੱਲ ਸਹੀ। ਵਨ ਲਾਈਨਰ ਜ਼ਾਹਰ ਤੁਸੀਂ ਵੀ ਲਿਖਦੇ ਹੋ, ਅਸੀਂ ਵੀ ਲਿਖਦੇ ਹਾਂ, ਇਹ ਬੜੇ ਲੋਕ ਵਨ ਲਾਈਨਰ ਮੰਗਦੇ ਨੇ ਕਿ ਵਨ ਲਾਈਨਰ ਭੇਜ ਦਿਓ। ਤੁਹਾਡਾ ਕੀ ਖਿਆਲ ਹੈ ਕਿ ਵਨ ਲਾਈਨਰ ਦੇ ਨਾਲ ਕੋਈ ਤੀਸਰਾ ਸ਼ਖਸ ਉਸ ਕਹਾਣੀ ਦਾ ਅੰਦਾਜ਼ਾ ਕਰ ਸਕਦਾ? ਬੜੀ ਅੱਛੀ ਬਾਤ ਆ ਖਾਲਾ ਸਾਹਿਬ, ਔਰ ਯਕੀਨ ਕਰੋ ਮੇਰੇ ਦਿਲ ਦੀ ਬਾਤ ਕੀਤੀ ਤੁਸੀਂ। ਫਾਰੂਕ ਅੰਜਮ ਸਾਹਿਬ ਨੇ ਆਪਣੇ ਪਾਕਿਸਤਾਨ ਦਾ ਇੱਕ ਮੋਤਬਰ ਨਾਮ ਹੈ ਉਰਦੂ ਅਦਬ ਦਾ, ਬੜੇ ਪਿਆਰੇ ਰਾਈਟਰ ਨੇ, ਸਾਡੇ ਬੜੇ ਅੱਛੇ ਦੋਸਤ ਨੇ। ਉਹਨਾਂ ਨੇ ਮੈਨੂੰ ਦੱਸਿਆ ਵੀ ਔਰ ਮੈਂ ਦੇਖਿਆ ਵੀ, ਉਹ ਕਹਿੰਦੇ ਨੇ ਕਿ ਜਿਸ ਅਦਾਰੇ ਨੂੰ ਅਸੀਂ ਵਨ ਲਾਈਨਰ ਭੇਜਦੇ ਹਾਂ ਨਾ, ਉਹਨਾਂ ਨੇ ਤਕਰੀਬਨ 10 ਰਾਈਟਰ ਬਿਠਾਏ ਹੋਏ ਨੇ, ਪੇਡ ਰਾਈਟਰ। ਉਹ 10 ਬੰਦਿਆਂ ਦੇ ਅੱਗੇ ਤੁਹਾਡਾ ਵਨ ਲਾਈਨਰ ਰੱਖ ਦਿੰਦੇ ਨੇ। ਅੱਛਾ, ਉਹ 10 ਬੰਦੇ ਜਿਹੜੇ ਨੇ ਉਹਦੇ ਉੱਪਰ ਵਨ ਲਾਈਨਰ ਤੇ ਆਪਣੇ ਜ਼ਿਹਨ ਦੇ ਮੁਤਾਬਕ ਇੱਕ ਐਪੀਸੋਡ ਲਿਖ ਕੇ ਪ੍ਰੋਡਿਊਸਰ ਨੂੰ ਜਾਂ ਉਸ ਐਂਟਰਟੇਨਮੈਂਟ ਅਲੱਗ-ਅਲੱਗ ਪ੍ਰੋਡਕਸ਼ਨ ਅਦਾਰੇ ਨੂੰ ਅਲੱਗ-ਅਲੱਗ, ਕਿਉਂਕਿ 10 ਬੰਦੇ ਨੇ 10 ਹੀ ਜ਼ਿਹਨ ਬੈਠੇ, 10 ਜ਼ਿਹਨ ਬੈਠੇ, ਔਰ ਉਹ 10 ਦੇ ਵਿੱਚੋਂ ਜਿਸ ਬੰਦੇ ਦਾ ਜ਼ਿਹਨ ਪ੍ਰੋਡਿਊਸਰ ਦੇ ਮੁਤਾਬਕ, ਪ੍ਰੋਡਕਸ਼ਨ ਹਾਊਸ ਦੇ ਮੁਤਾਬਕ ਕੰਮ ਕਰਨ ਲੱਗ ਪੈਂਦਾ, ਉਹਦੇ ਕੋਲੋਂ ਪੂਰਾ ਸੀਰੀਅਲ ਲਿਖਵਾ ਦਿੰਦੇ। ਅੱਛਾ, ਲੇਕਿਨ ਫਿਰ ਵੀ ਉਹ ਜਿਹੜੇ ਰਾਈਟਰ, ਅਸਲ ਰਾਈਟਰ ਦਾ ਵਨ ਲਾਈਨਰ ਆ, ਉਹਦੀ ਤਹਿਰੀਰ ਤੱਕ ਤਾਂ ਨਹੀਂ ਨਾ ਉਹ ਚੀਜ਼ ਪਹੁੰਚ ਸਕਦੀ। ਸਰ ਉਹ ਤੇ ਜਦੋਂ ਚੱਲਦਾ ਹੋਇਆ ਦੇਖਦਾ ਨਾ, ਫਿਰ ਉਹ ਸਿਰ ਆਪਣੇ ਬਾਲ ਹੀ ਖੁੰਦਾ ਹੈ। ਅੱਛਾ, ਨਵੇਂ ਬੰਦੇ ਨੂੰ ਤੁਸੀਂ ਆ ਕਹਿਣਾ ਚਾਹੁੰਦੇ ਹੋ ਕਿ ਵਨ ਲਾਈਨਰ ਕਿਸੇ ਨੂੰ ਨਹੀਂ ਦੇਣਾ ਚਾਹੀਦਾ, ਜਿੰਨੇ ਚਿਰ ਕੋ ਪੱਕਾ ਕੰਮ ਨਹੀਂ ਹੁੰਦਾ? ਕਿਸੇ ਨੂੰ ਨਹੀਂ ਦੇਣਾ ਚਾਹੀਦਾ। ਮੈਂ ਉਹਦਾ ਬਹੁਤ ਵੱਡਾ ਵਿਕਟਮ ਤੁਹਾਡੇ ਸਾਹਮਣੇ ਬੈਠਾ ਵਾਂ। ਮੈਂ ਬਹੁਤ ਸਾਰੇ ਵਨ ਲਾਈਨਰ ਤਕਸੀਮ ਕੀਤੇ ਨੇ, ਜਿਸ ਤਰ੍ਹਾਂ ਬੱਸਾਂ 'ਚ ਪਰਚੇ ਤਕਸੀਮ ਕਰਦੇ ਸੀ, ਔਰ ਮੈਂ ਉਹ ਡਰਾਮੇ ਦੇਖ ਰਿਹਾ ਜਿਹੜੇ ਮੇਰੇ ਵਨ ਲਾਈਨਰ ਨੂੰ ਟੱਚ ਕਰ ਰਹੇ। ਅੱਛਾ, ਤੁਸੀਂ ਪਿਛਲੇ ਦਿਨੋਂ ਫੇਸਬੁੱਕ ਤੇ ਇੱਕ ਪਾਇਆ ਵੀ ਸੀ ਕਿ ਮੇਰੇ ਤਕਰੀਬਨ 85-90% ਉਹ ਜੀ ਮੇਰਾ ਨਾਵਲ ਹੈ ਲਬੈਕ ਹੈ ਇਸ਼ਕ। ਮੇਰਾ ਡਰਾਮਾ ਉਹ ਸਟਾਰ ਜਿਹੜਾ ਸੀ ਉਹ ਚੋਰੀ ਕੀਤਾ ਗਿਆ। ਮੇਰੇ ਖੱਪ ਪਾਉਣ ਦੇ ਨਾਲ ਮੈਂ ਸਮਝਦਾ ਬਾਅਦ ਚ ਉਹਨੂੰ ਚੇਂਜ ਕਰ ਦਿੱਤਾ ਗਿਆ। ਚੇਂਜ ਮਜ਼ੀਦ ਫਿਰ ਉਹਨਾਂ ਨੇ ਚੇਂਜ ਕਰ ਲਿਆ। ਹਾਂਜੀ, ਮਜ਼ੀਦ ਉਹਨਾਂ ਨੇ ਚੇਂਜ ਕਰ ਦਿੱਤਾ। ਠੀਕ ਹੋ ਗਿਆ। ਤੇ ਵਨ ਲਾਈਨਰ ਜਿਹੜਾ ਫਿਰ ਮੈਂ ਇੱਕ ਵਨ ਲਾਈਨਰ ਬੜੇ ਇੱਕ ਮੋਤਬਰ ਅਦਾਰੇ ਨੂੰ ਭੇਜਿਆ। ਅੱਛਾ, ਟੀਵੀ ਚੈਨਲ, ਡਰਾਮਾ ਚੈਨਲ, ਬਿਹਤਰੀਨ ਅਦਾਰਾ। ਉਹਨਾਂ ਦੀ ਬੀਬੀ ਨੇ ਮੇਰੇ ਕੋਲ ਵਨ ਲਾਈਨਰ ਮੰਗਿਆ ਕਿ ਜਿਹੜਾ ਨਾਵਲ ਤੁਸੀਂ ਨਹੀਂ ਕਿਸੇ ਨੂੰ ਦਿੱਤਾ ਉਹਦਾ ਵਨ ਲਾਈਨਰ, ਮੈਂ ਵਨ ਲਾਈਨਰ ਦੇ ਦਿੱਤਾ। ਉਹ ਵਨ ਲਾਈਨਰ ਗਿਆ। ਉਸ ਤੋਂ ਬਾਅਦ ਉਹਦੇ ਤੇ ਤਕਰੀਬਨ 1.5-2 ਮਹੀਨੇ ਬਾਅਦ ਮੈਂ ਡਰਾਮਾ ਦੇਖਿਆ, ਉਸ ਚੈਨਲ ਤੇ ਚੱਲਦਾ ਹੋਇਆ। ਤੇ ਮੈਂ ਨਾਵਲ ਚੁੰਕੇ ਲਿਖ ਚੁੱਕਾ ਸੀ 70-80 ਸਫੇ। ਯਕੀਨ ਕਰੋ ਮੈਨੂੰ ਆਪਣੇ 70-80 ਸਫੇ ਜ਼ਾਇਆ ਕਰਨੇ ਪਏ।
ਇਹ ਕੋਈ ਇਹ ਨਾ ਕਹੇ ਮਾਹੀ ਸਾਹਿਬ ਨੇ ਉੱਥੋਂ ਚੋਰੀ ਕੀਤਾ, ਹਾਲਾਂਕਿ ਉਹ ਮਾਹੀ ਸਾਹਿਬ ਦਾ ਚੋਰੀ ਹੋਇਆ ਸੀ। ਇਹ ਵਾਕਈ ਇਸ ਤਰ੍ਹਾਂ ਵਾ ਕਿ ਆਮਦ ਹੁੰਦੀ? ਅੱਛਾ, ਇਹ ਆਮਦ ਦੇ ਕੋਈ ਔਕਾਤ ਵੀ ਨੇ ਜਾਂ ਕੀ ਸਿਲਸਿਲਾ? ਨਹੀਂ, ਇਹ ਔਕਾਤ ਕਰ ਤੇ ਕੋਈ ਨਹੀਂ ਹੁੰਦੇ ਆਮਦ ਦੇ। ਬਾਕੀ ਕੁਝ ਦੋਸਤ ਕਹਿੰਦੇ ਨੇ ਕਿ ਕਹਾਣੀ ਉਤਰਦੀ ਉਹਨਾਂ ਤੇ, ਉਹ ਉਹਨਾਂ ਦਾ ਆਪਣਾ ਇੱਕ ਅਮਲ ਆ। ਮੈਂ ਸਮਝਦਾ ਕਿ ਇਹ ਅਤਾ ਹੁੰਦੀ ਹੈ, ਇਹ ਅੱਲਾਹ ਤਾਲਾ ਦੀ ਅਤਾ ਵਾ। ਜਿਸ ਤਰ੍ਹਾਂ ਅੱਲਾਹ ਪਾਕ ਦੀ ਵੰਡ ਨਾ ਰਿਜ਼ਕ ਦੀ, ਉਸੇ ਤਰ੍ਹਾਂ ਇਹ ਕਹਾਣੀਕਾਰ ਵਾਸਤੇ ਕਹਾਣੀ ਇੱਕ ਰਿਜ਼ਕ ਆ। ਅੱਛਾ, ਔਰ ਅੱਲਾਹ ਦੀ ਮਰਜ਼ੀ ਆ ਕਦੋਂ ਉਹਨੂੰ ਅਤਾ ਫਰਮਾ ਦੇਵੇ। ਸਹੀ। ਇਹ ਕੋਈ ਬੰਦਾ ਇਹ ਨਹੀਂ ਦਾਵਾ ਕਰ ਸਕਦਾ ਜੀ ਮੈਂ ਇਸ ਟਾਈਮ ਬੈਠਾਂਗਾ ਤਾਂ ਮੇਰੇ ਤੇ ਕਹਾਣੀ ਉਤਰੇਗੀ, ਨਹੀਂ, ਇਹਦਾ ਕੋਈ ਔਕਾਤ ਨਹੀਂ। ਮਤਲਬ ਖਲੀਲ ਰਹਿਮਾਨ ਕਮਰ ਸਾਹਿਬ ਕਹਿੰਦੇ ਕਿ ਉਹਨਾਂ ਦੇ ਆਮਦ ਦਾ ਸਿਲਸਿਲਾ ਜਿਹੜਾ ਉਹ ਬਿਲਕੁਲ ਪੈਟ, ਹਰ ਚੀਜ਼ ਮੁਕੰਮਲ, ਬੈਰ ਵਜ਼ਨ। ਖਲੀਲ ਇਸੇ ਤਰ੍ਹਾਂ ਰਹਿਮਾਨ ਤੁਹਾਡੇ ਤੇ ਵੀ ਪੂਰੇ ਦੇ ਪੂਰੇ ਫਿਕਰੇ ਉਤਰਦੇ ਆ ਜਾਂ ਰਾ ਮਟੀਰੀਅਲ ਉਤਰਦਾ ਵਾ, ਤੁਸੀਂ ਉਹ ਚੋਂ ਕਾਂਟ ਛਾਂਟ ਜਾਂ ਸਫਾਈ ਕਰਦੇ ਹੋ ਤੇ ਫਿਰ? ਨਹੀਂ ਸਰ, ਮੈਂ ਖਲੀਲ ਰਹਿਮਾਨ ਕਮਰ ਸਾਹਿਬ ਜਿਹੜੇ ਨੇ ਬੜੇ ਢੇਰ ਸੀਨੀਅਰ ਨੇ ਸਾਡੇ ਮਾਸ਼ਾਅੱਲਾ, ਔਰ ਉਹ ਬੜਾ ਅੱਛਾ ਲਿਖ ਰਹੇ ਨੇ। ਉਹ ਅਗਰ ਕਹਿ ਰਹੇ ਨੇ ਤੇ ਉਹ ਉਹਨਾਂ ਦਾ ਆਪਣਾ ਕੋਈ ਅਮਲ ਆ ਜਾਂ ਉਹਨਾਂ ਦੇ ਕੋਈ ਆਪਣਾ ਕੋਈ ਸਿਲਸਿਲਾ ਐਸਾ ਵਾ ਕਿ ਕਿਸੇ ਮਖਸੂਸ ਔਕਾਤ ਤੇ ਬੈਠ ਕੇ ਉਹ ਲਿਖਦੇ ਨੇ ਔਰ ਇੱਕ ਮਖਸੂਸ ਵਕਤ ਆ ਉਹਨਾਂ ਦਾ, ਉਹ ਮੈਂ ਨਹੀਂ ਉੱਤੇ ਗੱਲ ਕਰਾਂਗਾ। ਬਾਕੀ ਜਿਹੜਾ ਮੇਰੀ ਆਪਣੀ ਜ਼ਾਤ ਆ, ਮੇਰੀ ਆਪਣੀ ਜ਼ਾਤ ਵਾਸਤੇ ਤੇ ਮੈਂ ਇੰਨਾ ਵਾ ਕਿ ਬਾਸ ਟਾਈਮ ਨਾਵਲ ਲਿਖਦਿਆਂ 4 ਮਹੀਨੇ ਗੁਜ਼ਰ ਜਾਂਦੇ ਨੇ ਤੇ ਕੁਝ ਅਸੀਂ ਲਿਖ ਨਹੀਂ ਪਾਉਂਦੇ। ਆਮਦ ਖੁਸ਼ਕ ਹੋਈ ਹੁੰਦੀ। ਹਾਂ, ਕੁਝ ਵੀ ਨਹੀਂ ਕਰ ਪਾਉਂਦੇ। ਫਿਰ 4 ਮਹੀਨੇ ਬਾਅਦ ਬੈਠੀ ਦਾ ਅੱਲਾਹ ਤਾਲਾ ਉੱਥੋਂ ਸਿਲਸਿਲਾ ਸ਼ੁਰੂ ਕਰਾ ਦਿੰਦਾ। ਉਹ ਅੱਲਾਹ ਪਾਕ ਦੀ ਅਤਾ ਵਾ। ਮੈਂ ਇਹ ਨਹੀਂ ਕਹਿੰਦਾ ਕਿ ਯਾਰ ਉਹ ਆਮਦ ਆ ਜਾਂ ਨਜ਼ੂਲ ਆ ਜਾਂ ਇਹ, ਬਾਕੀ ਅੱਲਾਹ ਤਾਲਾ ਮਾਫ ਕਰੇ, ਮੈਂ ਤੇ ਇੱਕ ਛੋਟਾ ਜਿਹਾ ਕਲਮਕਾਰ ਆ। ਮਤਲਬ ਤੁਸੀਂ ਸਮਝਦੇ ਹੋ ਕਿ ਹੱਥ 'ਚ ਕਲਮ ਆਉਂਦਾ ਹੈ ਤੇ ਆਮਦ ਸ਼ੁਰੂ ਹੁੰਦੀ? ਇਹ ਆਮਦ ਦਾ ਕਲਮ ਨਾਲ ਕੋਈ ਤਲਕ ਨਹੀਂ? ਨਹੀਂ, ਆਮਦ ਦਾ ਕਲਮ ਨਾਲ ਕੋਈ ਤਲਕ ਨਹੀਂ। ਅਗਰ ਕਲਮ ਦਾ ਆਮਦ ਦਾ ਤਲਕ ਹੁੰਦਾ ਤੇ ਬਹੁਤ ਸਾਰੇ ਦੋਸਤ ਨੇ ਜੇਬਾਂ ਨੂੰ ਪੈਨ ਲਗਾਈ ਫਿਰਦੇ ਨੇ, ਉਹ ਤੁਰੇ ਤੁਰੇ ਜਾਂਦੇ ਵੀ ਲਿਖ ਸਕਦੇ ਨੇ, ਲੇਕਿਨ ਇਹਦਾ ਆਮਦ ਦਾ ਕਲਮ ਦਾ ਕੋਈ ਤਲਕ ਨਹੀਂ। ਫਿਰ ਤੁਸੀਂ ਉਹ ਇਕੱਠੇ ਕਿੱਦਾਂ ਕਰਦੇ ਹੋ? ਖਿਆਲਾਤ ਆ ਗਏ ਤੁਹਾਨੂੰ ਜੀ, ਉਹ ਕਿਸ ਤਰ੍ਹਾਂ ਇਕੱਠੇ ਕਰਦੇ? ਉਹ ਖਿਆਲਾਤ ਦੇਖੋ, ਜਦੋਂ ਲਿਖਣ ਬੈਠੀ ਦਾ ਨਾ, ਖਾਸ ਕਰ ਮੈਂ ਆਪਣੀ ਗੱਲ ਕਰਾਂਗਾ, ਮੈਂ ਆਪਣੀ ਗੱਲ ਜਦੋਂ ਕਰਦਾ ਕਿ ਮੈਂ ਕਹਾਣੀ ਦੇ ਉਸ ਮੰਜ਼ਰ 'ਚ ਚਲਾ ਜਾਂਦਾ ਬਤੌਰ ਕਾਰੀ ਬਣ ਕੇ। ਕਿਉਂਕਿ ਮੈਂ ਦੱਸਿਆ ਨਾ ਕਿ ਮੈਂ 23-24 ਸਾਲ ਲਾਇਬ੍ਰੇਰੀ ਚਲਾਈ, ਮੈਂ ਬਹੁਤ ਸਾਰੀਆਂ ਕਿਤਾਬਾਂ ਪੜ੍ਹੀਆਂ, ਮੈਂ ਇੱਕ ਕਾਰੀ ਵੀ ਹਾਂ, ਰਾਈਟਰ ਲਿਖਾਰੀ ਮੈਂ ਬਾਅਦ ਚੋਂ ਆ। ਮੈਂ ਜਦੋਂ ਕਾਰੀ ਬਣ ਕੇ ਕਹਾਣੀ ਦੇ ਉਸ ਮੰਜ਼ਰ 'ਚ ਦਾਖਲ ਹੋ ਜਾਣਾ ਨਾ, ਫਿਰ ਮੇਰੇ ਵਾਸਤੇ ਉਹਨੂੰ ਲਿਖਣ ਲਈ ਆਸਾਨੀ ਹੁੰਦੀ। ਮੈਂ ਉਸ ਕਹਾਣੀ ਦਾ ਕਿਰਦਾਰ ਬਣ ਜਾਂਦਾ। ਅਗਰ 4 ਕਿਰਦਾਰ ਆ ਤੇ ਮੈਂ ਅਲੱਗ-ਅਲੱਗ ਲਬੋ ਲਹਿਜੇ ਇਖਤਿਆਰ ਕਰਦਾ। ਅੱਛਾ, ਉਹ ਲਬੋ ਲਹਿਜੇ ਮੇਰੇ ਕਲਮ ਨੂੰ ਜਲਾ ਬਖਸ਼ਦੇ ਨੇ। ਅੱਲਾਹ ਤਾਲਾ ਮੇਰੇ ਤੇ ਕਰਮ ਕਰਦਾ। ਸਹੀ। ਯਾਨੀ ਕਿ ਆਮਦ ਜਿਹੜੀ ਆ ਉਹ ਹਰ ਲਿਖਾਰੀ ਦੇ ਉੱਤੇ ਹੁੰਦੀ, ਤੁਹਾਡੇ ਕਹਿਣ ਦਾ ਮਕਸਦ ਹੈ? ਹੁੰਦੀ ਹੈ, ਲੇਕਿਨ ਇਹਦੇ ਔਕਾਤ ਕਰ ਕੋਈ ਨਹੀਂ ਹੁੰਦੀ। ਸਟੇਜ ਡਰਾਮੇ ਵੀ ਲਿਖੇ ਤੁਸੀਂ? ਜੀ ਹਾਂ, ਫੈਮਿਲੀ ਸਟੇਜ ਲਿਖਿਆ, ਜਿਹੜਾ ਕਮਰਸ਼ੀਅਲ ਥੀਏਟਰ ਆ ਉਹ ਮੈਂ ਨਹੀਂ ਕੀਤਾ। ਅੱਛਾ, ਨਾ ਮੈਂ ਉਹ ਸਟੇਜ ਲਿਖਿਆ। ਕਿੱਥੇ ਤੁਹਾਡੇ ਪੇਸ਼ ਹੋਏ ਸਟੇਜ ਡਰਾਮੇ? ਉਹ ਫੈਸਲਾਬਾਦ ਆਰਟਸ ਕਾਉਂਸਲ ਦੇ ਸਟੇਜ ਤੇ, ਨੁਸਰਤ ਫਤਿਹ ਅਲੀ ਖਾਨ ਆਡੀਟੋਰੀਅਮ, ਉਹਦੇ ਤੇ ਪੇਸ਼ ਹੋਏ ਨੇ। ਔਰ ਅੱਲਾ ਨੇ ਇੰਨੀ ਇੱਜ਼ਤ ਦਿੱਤੀ ਕਿ ਜਿਸ ਦਿਨ ਮੇਰਾ ਪਲੇ ਹੁੰਦਾ ਸੀ, ਸਾਡੇ ਡਾਇਰੈਕਟਰ ਸ਼ਕੀਲ ਸ਼ੇਖ ਸਾਹਿਬ ਸਾਡੇ ਉਸਤਾਦ ਵੀ ਨੇ, ਉਹਨਾਂ ਦਾ ਨਾਮ, ਮੇਰਾ ਨਾਮ, ਜਦੋਂ ਮੇਰੀ ਕਾਸਟ ਦਾ ਨਾਮ ਹੁੰਦਾ ਸੀ ਬਾਹਰ, ਤੇ ਉਹ ਬਾਹਰ ਵਾਲੇ ਗੇਟ ਬੰਦ ਕਰਨੇ ਪੈਂਦੇ ਸੀ। ਇੰਨਾ ਮਾਸ਼ਾਅੱਲਾ ਕਰਾਊਡ, ਇੰਨੀ ਫੈਮਿਲੀਜ਼ ਹੁੰਦੀਆਂ ਸੀ, ਕੋਈ ਬਲਗਰ ਗੱਲ ਨਹੀਂ ਉਹਦੇ 'ਚ। ਕੋਈ ਇਸ ਵੇਲੇ ਕੋਈ ਆਰਟਸ ਕਾਉਂਸਲ 'ਚ ਕੰਮ ਨਹੀਂ ਹੋ ਰਿਹਾ? ਡਰਾਮੇ 'ਚ ਨਹੀਂ ਕੰਮ ਹੋ ਰਿਹਾ, ਕਿਉਂਕਿ ਪਿਛਲੇ ਦਿਨਾਂ 'ਚ ਜੋ ਆਰਟ ਕਾਉਂਸਲ ਦੇ ਰੈਜ਼ੀਡੈਂਟ ਡਾਇਰੈਕਟਰ ਰਹਿ ਚੁੱਕੀ ਇੱਕ ਮੈਡਮ, ਉਹਨਾਂ ਨੇ ਡਰਾਮਾ ਖਤਮ ਕਰ ਦਿੱਤਾ। ਅੱਛਾ, ਤੇ ਇਸ ਵਾਸਤੇ ਡਰਾਮੇ 'ਚ ਕੋਈ ਕੰਮ ਨਹੀਂ, ਸਾਰੇ ਐਂਟਰਟੇਨਮੈਂਟ ਗਰੁੱਪ ਛੋੜ ਗਏ ਨੇ। ਡਰਾਮੈਟਿਕ ਗਰੁੱਪ ਜਿਹੜੇ ਕਾਲਜਾਂ ਯੂਨੀਵਰਸਿਟੀ ਦੇ ਸੀ ਉਹ ਵੀ ਛੋੜ ਗਏ ਨੇ, ਤੇ ਇਸ ਵਾਸਤੇ ਡਰਾਮੇ ਦਾ ਕੋਈ ਕੰਮ ਨਹੀਂ ਹੋ ਰਿਹਾ। ਅੱਛਾ, ਡਰਾਮੇ ਦਾ ਕੰਮ ਨਹੀਂ ਹੋ ਰਿਹਾ। ਤੁਸੀਂ ਅਦਾਕਾਰੀ ਵੀ ਕੀਤੀ ਆਪਣੇ ਡਰਾਮੇ 'ਚ? ਹਾਂਜੀ ਬਿਲਕੁਲ, ਮੈਂ ਅਦਾਕਾਰੀ ਵੀ ਕੀਤੀ ਫੈਸਲਾਬਾਦ ਆਰਟ ਕਾਉਂਸਲ ਦੇ ਸਟੇਜ ਤੇ। ਅੱਛਾ, ਔਰ ਮੈਨੂੰ ਮੇਰੇ ਉਸਤਾਦਾਂ ਨੇ, ਸ਼ਕੀਲ ਸ਼ੇਖ ਸਾਹਿਬ ਨੇ ਸਟੇਜ ਤੇ ਖੜਾ ਕੀਤਾ, ਉਹਨਾਂ ਨੇ ਮੈਨੂੰ ਚਲਾਇਆ, ਦੱਸਿਆ ਉਹਨਾਂ ਨੇ ਮੈਨੂੰ। ਅੱਛਾ, ਤੇ ਅਦਾਕਾਰੀ ਬਹੁਤ ਮੁਸ਼ਕਿਲ ਕੰਮ ਆ। ਮਤਲਬ ਕਮਰਸ਼ੀਅਲ ਥੀਏਟਰ ਤੁਸੀਂ ਨਹੀਂ ਮਹਿਸੂਸ ਕਰਦੇ ਕਿ ਤੁਸੀਂ ਲਿਖ ਸਕਦੇ ਹੋ ਜਾਂ ਕਰ ਸਕਦੇ ਹੋ, ਜਾਂ ਜਿਹੜੀ ਭੇਡ ਚਾਲ ਚੱਲ ਰਹੀ ਹੈ ਤੁਸੀਂ ਉਹ ਤੋਂ ਅਲਰਜਿਕ ਜੇ? ਮੈਂ ਖਾਲਸਾ ਸਾਹਿਬ ਕਮਰਸ਼ੀਅਲ ਥੀਏਟਰ ਆਪਣੇ ਬਹੁਤ ਸਾਰੇ ਦੋਸਤਾਂ ਨੂੰ ਲਿਖ ਕੇ ਦਿੱਤਾ, ਜਿਹੜਾ ਉਹਨਾਂ ਦਾ ਦੇਖੋ ਨਾ ਕਮਰਸ਼ੀਅਲ ਥੀਏਟਰ 'ਚ ਅਗਰ ਇੱਕ ਤੇ ਚਲੋ ਚੀਜ਼ਾਂ ਚੱਲ ਰਹੀਆਂ ਨੇ, ਲੇਕਿਨ ਇੱਕ ਸੁਹੇਲ ਸਾਹਿਬ ਦਾ ਹੈ ਸੀ, ਉਹਨਾਂ ਨੇ ਇੱਕ ਕੀਤਾ ਸੀ ਮਸਤਾਨਾ ਸਾਹਿਬ ਦੇ ਨਾਲ ਦੇ ਸ਼ਰਤੀਆ ਮਿੱਠੇ ਮੇਰਾ ਖਿਆਲ, ਜਿਹਦੇ ਸਾਨੂੰ ਕਿਸੇ ਕਿਸਮ ਦੀ ਕੋਈ ਫੈਮਿਲੀ ਇੱਕ ਸ਼ੋਅ ਸੀ। ਤੁਸੀਂ ਸੁਹੇਲ ਸਾਹਿਬ ਦਾ ਕੰਮ ਦੇਖੋ, ਮਸਤਾਨਾ ਸਾਹਿਬ ਦਾ, ਅਮਾਨੁੱਲਾ ਸਾਹਿਬ, ਇਰਫਾਨ ਖੋਸੜ ਸਾਹਿਬ, ਇਹ ਬੜੇ ਮੋਤਬਰ ਨਾਮ ਨੇ ਜਿਨ੍ਹਾਂ ਨੇ ਸਟੇਜ ਨੂੰ ਥੀਏਟਰ ਬਣਾਇਆ ਸੀ।
ਔਰ ਥੀਏਟਰ ਉਹ ਜਿਹੜਾ ਉਹਨਾਂ ਤੋਂ ਪਹਿਲੇ ਫਖਰੀ ਅਹਿਮਦ ਸਾਹਿਬ, ਜਮੀਲ ਫਖਰੀ ਸਾਹਿਬ ਕੰਮ ਕਰ ਚੁੱਕੇ ਸੀ। ਨਾ ਸੀ। ਹਾਂਜੀ, ਮੋਤਬਰ ਨਾਮ ਸੀ। ਸ਼ਰਤੀਆ ਮਿੱਠੇ ਦਾ ਤੁਸੀਂ ਤਜ਼ਕਰਾ ਕਰਦੇ, ਮੈਂ ਤੁਹਾਨੂੰ ਗਿਣਵਾ ਸਕਦਾ ਵਾਂ, ਬੜਾ ਮਜ਼ਾ ਆਏਗਾ। ਫਿਰ ਪਾਇਲ ਸੇ ਘੁੰਗਰੂ ਸੇ ਪਾਇਲ ਤੱਕ ਸੁਹੇਲ ਸਾਹਿਬ ਦਾ, ਮੈਂ ਜਿਹਦੇ ਚ ਕਿਸੇ ਕਿਸਮ ਦੀ ਫਹਾਸ਼ੀ ਕੋਈ ਫਾਸ਼ੀ ਨਹੀਂ। ਔਰ ਉਹ ਕਿੰਨੇ 100 ਸ਼ੋਅ ਚੱਲੇ ਨੇ। ਹਾਂ, ਬਹੁਤ ਜਨਮ ਜਨਮ ਕੀ ਮੈਲੀ ਚਾਦਰ, ਤਮਾਸੀਲ ਚ 547ਵਾਂ ਸ਼ੋਅ ਤੇ ਮੈਂ ਦੇਖਿਆ। ਅੱਛਾ, ਹਾਂ ਬਿਲਕੁਲ ਚੱਲਦੇ ਔਰ ਉਹਨਾਂ ਚ ਵਲਗੈਰਿਟੀ ਕੋਈ ਨਹੀਂ ਹੈਗੀ। ਦੇਖੋਗੇ ਉਹ ਕੰਮ ਕਰਦੇ ਸੀ ਲੋਕ, ਉਹ ਕਿਉਂ ਛੋੜ ਗਏ ਨੇ? ਇਸ ਵਜ੍ਹਾ ਤੋਂ ਛੋੜ ਗਏ ਨੇ, ਸਕ੍ਰਿਪਟ ਖਤਮ ਹੋ ਗਿਆ। ਫਿਲਮ ਲਿਖਣ ਦਾ ਵੀ ਕੋਈ ਇਤਫਾਕ? ਹਾਂਜੀ, ਉਹ ਕਿ ਮਸਾਂ ਕੌਮੀ ਲੈਵਲ ਤੇ ਫਿਲਮ ਚਲੋ ਨਾ ਬਣ ਰਹੀ ਹੈ ਤੇ ਨਾ ਹੀ ਕੋਈ ਥੋੜੇ ਆਪਣੇ ਤੌਰ ਤੇ ਲੋਕ ਕੰਮ ਕਰ ਰਹੇ ਨੇ। ਕੋਈ ਦੋਸਤ ਉੱਠਦੇ ਨੇ, ਜਿਸ ਤਰ੍ਹਾਂ ਮੈਨੂੰ ਵੀ ਕਿਸੇ ਨੇ ਕਿਹਾ ਸੀ ਫਿਲਮ ਲਿਖਣੀ ਇੱਕ, ਕੋਈ ਇਦਾਂ ਦਾ ਕੋਈ ਤੁਹਾਨੂੰ ਵੀ ਇਤਫਾਕ ਹੋਇਆ? ਬਹੁਤ ਸਾਰੇ ਦੋਸਤ ਰਾਬਤਾ ਕਰਦੇ ਨੇ ਔਰ ਬੜੇ ਬੜੇ ਮੋਤਬਰ ਨਾਮ ਨੇ ਜਿਹੜੇ ਰਾਬਤਾ ਕਰਦੇ ਨੇ, ਲੇਕਿਨ ਜਦੋਂ ਸਕ੍ਰਿਪਟ ਉਹਨਾਂ ਦੇ ਕੋਲ ਚਲਾ ਜਾਂਦਾ ਫਿਰ ਉਹਨਾਂ ਦਾ ਹੀ ਹੋ ਜਾਂਦਾ। ਅੱਛਾ ਅੱਛਾ, ਹਾਂ। ਫਿਰ ਉਹ ਰਵਾਬਤ ਜਿਹੜੇ ਆ ਉਹ ਸਰ ਫਿਰ ਨੰਬਰ ਵੀ ਨਹੀਂ ਮਿਲਦਾ। ਰਵਾਬਤ ਹੈ, ਕੁਝ ਨਜ਼ਰ ਆਤੇ ਹੈ। ਹਾਂ, ਉਹ ਨਾਦਰਾ ਜੋ ਵੀ ਨਹੀਂ ਰਿਕਾਰਡ ਮਿਲਦਾ, ਇਹ ਇੰਨਾ ਪਿੱਛੇ ਚਲੇ ਜਾਂਦੇ ਨੇ। ਤੇ ਇਹ ਇੱਕ ਅਫਸੋਸਨਾਕ ਸਾਡੇ ਪਾਕਿਸਤਾਨ ਦਾ ਆਲਮੀਆ ਮੈਂ ਸਮਝਦਾ।